ਆਪਾਂ ਚਰਚਾ ਕਰਾਂਗੇ ਇਸ ਪੂਰੇ ਮੁੱਦੇ ਉੱਤੇ ਜਿਹੜੇ ਡਿਬੇਟ ਪੁਆਇੰਟਸ ਨੇ, ਚਰਚਾ ਕਿਉਂ ਕਰ ਰਹੇ ਹਾਂ ਤੇ ਚਰਚਾ ਕਿਹੜੇ ਮੁੱਦੇ ਦੇ ਉੱਤੇ ਖਾਸ ਤੌਰ ਤੇ ਕੇਂਦਰਿਤ ਕਿੱਥੇ ਰਹੇਗੀ, ਉਹ ਡਿਬੇਟ ਪੁਆਇੰਟਸ ਦੇ ਜ਼ਰੀਏ ਇੱਕ ਨਜ਼ਰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਡਿਬੇਟ ਪੁਆਇੰਟਸ ਆਉਣਗੇ ਸਕਰੀਨ ਦੇ ਉੱਤੇ। ਪਹਿਲਾ ਡਿਬੇਟ ਪੁਆਇੰਟ ਹੈ ਕਿ ਲਾਈਨ ਕ੍ਰਾਸ ਕੌਣ ਕਰ ਰਿਹਾ ਹੈ, ਸੀਐਮ ਜਾਂ ਫਿਰ ਰਾਜਪਾਲ। ਇਹ ਇਸ ਕਰਕੇ ਇੰਪੋਰਟੈਂਟ ਪੁਆਇੰਟ ਹੈ ਕਿਉਂਕਿ ਦੋਵੇਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ। ਪੰਜਾਬ ਦੀ ਸਰਕਾਰ ਕੀ ਇਲਜ਼ਾਮ ਲਗਾ ਰਹੀ ਹੈ? ਪੰਜਾਬ ਦੀ ਸਰਕਾਰ ਕਹਿ ਰਹੀ ਹੈ ਕਿ ਗਵਰਨਰ ਪੰਜਾਬ ਸਰਕਾਰ ਦੇ ਕੰਮਕਾਜ ਦੇ ਵਿੱਚ ਦਖਲ ਕਰਦੇ ਨੇ ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਉੱਤੋਂ ਯਾਨੀ ਕਿ ਕੇਂਦਰ ਦੇ ਵੱਲੋਂ ਬੀਜੇਪੀ ਪ੍ਰੈਸ਼ਰ ਬਣਾਉਂਦੀ ਹੈ ਤੇ ਇਸ ਕਰਕੇ ਉਹ ਦਖਲਅੰਦਾਜ਼ੀ ਕਰਦੇ ਨੇ। ਦੂਜੇ ਪਾਸੇ ਗਵਰਨਰ ਕਹਿ ਰਹੇ ਨੇ ਕਿ ਮੈਂ ਸੰਵਿਧਾਨ ਦੇ ਮੁਤਾਬਿਕ ਸਵਾਲ ਪੁੱਛਦਾ ਤੇ ਪੰਜਾਬ ਸਰਕਾਰ ਮੈਨੂੰ ਜਵਾਬ ਨਹੀਂ ਦਿੰਦੀ। ਸਵਾਲ ਇਹ ਹੈ ਕਿ ਲਾਈਨ ਕ੍ਰਾਸ ਕਰ ਕੌਣ ਰਿਹਾ ਹੈ, ਇਸ ਦੇ ਉੱਤੇ ਅੱਜ ਸਿੱਧੀ ਗੱਲ ਹੋਏਗੀ। ਇਸ ਤੋਂ ਬਾਅਦ ਦੂਜਾ ਡਿਬੇਟ ਪੁਆਇੰਟ ਜਿਸ ਦੇ ਉੱਤੇ ਗੱਲਬਾਤ ਹੋਣੀ ਜ਼ਰੂਰੀ ਹੈ, ਇਹ ਸੀਜ਼ ਫਾਇਰ ਕਿਵੇਂ ਹੋਏਗਾ। ਜੰਗ ਤਾਂ ਨਜ਼ਰ ਆ ਰਹੀ ਹੈ ਕਿ ਇੱਕ ਤਰੀਕੇ ਨਾਲ ਸ਼ਬਦੀ ਜੰਗ ਇੱਕ ਦੂਜੇ ਦੇ ਖਿਲਾਫ ਛੇੜੀ ਗਈ ਹੈ ਔਰ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ 1.5 ਸਾਲ ਦੇ ਵਿੱਚ ਬਹੁਤ ਸਾਰੇ ਅਜਿਹੇ ਮੌਕੇ ਆਏ ਨੇ ਜਦੋਂ ਸੀਐਮ ਤੇ ਗਵਰਨਰ ਆਮੋ ਸਾਹਮਣੇ ਨਜ਼ਰ ਆਉਂਦੇ ਨੇ। ਤਾਂ ਇਹ ਸੀਜ਼ ਫਾਇਰ ਕਿਵੇਂ ਹੋਏਗਾ, ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਸੀਜ਼ ਫਾਇਰ ਜ਼ਰੂਰੀ ਹੈ। ਬਹੁਤ ਸਾਰੇ ਮੁੱਦੇ ਪੰਜਾਬ ਦੇ ਜਿਹੜੇ ਹੁੰਦੇ ਨੇ ਦੋਵੇਂ ਤਰ੍ਹਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਵਿਧਾਨ ਸਭਾ ਤੋਂ ਬਾਅਦ ਗਵਰਨਰ ਸਾਹਿਬ ਦੀ। ਤਾਂ ਸੀਜ਼ ਫਾਇਰ ਕਿਵੇਂ ਹੋਵੇਗਾ ਉਸ ਦੇ ਉੱਤੇ ਵੀ ਅੱਜ ਗੱਲਬਾਤ ਹੋਏਗੀ। ਉਸ ਤੋਂ ਬਾਅਦ ਤੀਜਾ ਡਿਬੇਟ ਪੁਆਇੰਟ ਜਿਹੜਾ ਸਕਰੀਨ ਦੇ ਉੱਤੇ ਆ ਚੁੱਕਿਆ ਹੈ, ਇਹ ਹੈ ਕਿ ਬਿੱਲ ਪਾਸ ਕਰਵਾਉਣਾ। ਇਹ ਬਹੁਤ ਇੰਪੋਰਟੈਂਟ ਹੈ ਕਿ ਕਿਉਂਕਿ 4 ਬਿੱਲ ਪਾਸ ਕਰ ਦਿੱਤੇ ਗਏ ਵਿਧਾਨ ਸਭਾ ਦੇ ਵਿੱਚ। ਵਿਧਾਨ ਸਭਾ 'ਚ ਇੱਕ ਕਾਨੂੰਨ ਹੈ ਸੰਵਿਧਾਨ ਦੇ ਮੁਤਾਬਿਕ, ਵਿਧਾਨ ਸਭਾ ਦੇ ਵਿੱਚ ਪਾਸ ਕਰਨ ਤੋਂ ਬਾਅਦ ਰਾਜਪਾਲ ਸਾਹਿਬ ਦੇ ਕੋਲ ਜਾਂਦੇ ਨੇ ਇਹ ਬਿੱਲ ਜਿਹੜੇ ਹੁੰਦੇ ਨੇ ਔਰ ਉਹਨਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਅੱਗੇ ਗੱਲ ਵੱਧਦੀ ਹੈ, ਰਾਸ਼ਟਰਪਤੀ ਤੱਕ ਜਾਂਦੀ ਹੈ। ਤਾਂ ਇਸ ਦੇ ਉੱਤੇ ਗੱਲਬਾਤ ਅੱਜ ਕਰਾਂਗੇ ਕਿ ਹੁਣ ਇਹ ਬਿੱਲ ਪਾਸ ਕਰਵਾਉਣੇ ਕੀ ਚੁਣੌਤੀ ਤਾਂ ਸਰਕਾਰ ਦੇ ਲਈ ਨਹੀਂ ਹੋ ਜਾਏਗਾ। ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਤਾਰੂਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ। ਉਸ ਤੋਂ ਬਾਅਦ ਚਰਚਾ ਦੀ ਅਸੀਂ ਸ਼ੁਰੂਆਤ ਕਰਾਂਗੇ। ਸਾਡੇ ਨਾਲ ਡਾਕਟਰ ਐਸ ਆਹਲੂਵਾਲੀਆ ਜੀ ਜੁੜ ਰਹੇ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ, ਆਮ ਆਦਮੀ ਪਾਰਟੀ ਕਰਨਗੇ। ਆਹਲੂਵਾਲੀਆ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਅਰਸ਼ਦੀਪ ਕਲੇਰ ਜੀ ਸਾਡੇ ਨਾਲ ਜੁੜ ਰਹੇ ਨੇ, ਸਟੂਡੀਓ 'ਚ ਮੌਜੂਦ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਕਲੇਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਜੈਬੰਸ਼ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ਼ ਜੀ ਬਹੁਤ-ਬਹੁਤ ਸਵਾਗਤ ਹੈ। ਸਕਾਈਪ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਅਰਸ਼ਪ੍ਰੀਤ ਖਡਿਆਲ ਜੀ ਸਾਡੇ ਨਾਲ ਜੁੜੇ ਹੋਏ ਨੇ, ਐਡਵੋਕੇਟ ਸਾਡੇ ਨਾਲ ਜੁੜੇ ਨੇ ਤੇ ਸਕਾਈਪ ਦੇ ਜ਼ਰੀਏ ਹੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖਡਿਆਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ, ਗਵਰਨਰ ਸਾਹਿਬ ਦੀ ਇੱਕ ਲੰਬੀ ਚੌੜੀ ਪੂਰੀ ਵਿਸਥਾਰ ਦੇ ਨਾਲ ਪ੍ਰੈਸ ਕਾਨਫਰੰਸ ਨਿਊਜ਼ 18 ਪੰਜਾਬ ਤੇ ਵੀ ਤੁਸੀਂ ਸੁਣੀ ਹੋਏਗੀ। ਕਰੀਬ 1 ਘੰਟੇ ਤੱਕ ਉਹਨਾਂ ਨੇ ਆਪਣੀ ਪੂਰੀ ਗੱਲ ਰੱਖੀ, ਬਹੁਤ ਇਤਮੀਨਾਨ ਦੇ ਨਾਲ ਔਰ ਕਰੀਬ ਹਰ ਪੁਆਇੰਟ ਦੇ ਉੱਤੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ। ਸ਼ੁਰੂਆਤ ਆਮ ਆਦਮੀ ਪਾਰਟੀ ਤੋਂ, ਆਹਲੂਵਾਲੀਆ ਜੀ। ਪੁਆਇੰਟ ਨੰਬਰ 1, ਜਵਾਬ ਤਾਂ ਦੇਣਾ ਪਏਗਾ। ਪੁਆਇੰਟ ਨੰਬਰ 2, ਹੈਲੀਕਾਪਟਰ ਤੁਹਾਡਾ ਇਸ ਵਾਰ ਹੁਣ ਲੈ ਕੇ ਨਹੀਂ ਜਾਣਾ ਉਹਨਾਂ ਨੇ। ਤੇ ਉਸ ਤੋਂ ਵੀ ਵੱਡਾ ਜਿਹੜਾ ਉਹ ਕਹਿ ਰਹੇ ਨੇ ਕਿ ਤੁਸੀਂ ਸੋਚ ਰਹੇ ਹੋ ਕਿ ਬਦਲ ਜਾਏਗਾ ਰਾਜਪਾਲ। ਕਹਿੰਦੇ ਕਿ ਮੈਂ ਤਾਂ ਇੱਥੇ ਹੀ ਰਹਿਣਾ ਹੈ, ਇਸ ਸੰਵਿਧਾਨ ਦੇ ਮੁਤਾਬਿਕ ਡੈਜ਼ਿਗਨੇਸ਼ਨ ਹੈ, ਮੈਂ ਤਾਂ ਇੱਥੇ ਹੀ ਰਹਾਂਗਾ, ਤੁਹਾਨੂੰ ਜਵਾਬ ਦੇਣਾ ਪੈਣਾ। ਯਾਨੀ ਜੋ ਤੁਸੀਂ ਬੋਲ ਰਹੇ ਸੀ, ਖਾਸ ਤੌਰ ਤੇ ਮੈਂ ਬਿਆਨਾਂ ਤੋਂ ਸ਼ੁਰੂਆਤ ਕਰਦਾ, ਉਹਨਾਂ ਨੂੰ ਬਿਆਨਾਂ ਤੋਂ ਬਹੁਤ ਇਤਰਾਜ਼ ਹੈ ਜਿਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਦੇਖੋ, ਸਭ ਤੋਂ ਪਹਿਲਾਂ ਗੌਰਵ ਜੀ, ਸਭ ਤੋਂ ਇੰਪੋਰਟੈਂਟ ਗੱਲ ਹੈ, ਉਹਨਾਂ ਨੇ ਖੁਦ ਹੀ ਕਿਹਾ ਕਿ ਮੈਂ ਰਿਟਾਇਰਡ ਪ੍ਰਿੰਸੀਪਲ ਹਾਂ। ਹੁਣ ਜਦ ਬੰਦਾ ਰਿਟਾਇਰਡ ਹੋ ਜਾਏ ਫਿਰ ਵੀ ਉਹ ਦਖਲਅੰਦਾਜ਼ੀ ਕਰਦਾ ਰਹੇ ਚੀਜ਼ਾਂ ਦੇ ਅੰਦਰ, ਉਹ ਠੀਕ ਨਹੀਂ ਹੈ। ਜਿਹੜੇ ਪੰਜਾਬ ਦੇ ਅੰਦਰ ਸਰਕਾਰ ਹੈ, ਲੋਕੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰਦੇ ਹੈ, ਉਹਨਾਂ ਨੂੰ ਵੋਟ ਥਾਈ ਚੀਫ ਮਿਨਿਸਟਰ ਬਣਾਇਆ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇੱਕ ਪਾਸੇ ਗਵਰਨਰ ਹੈ ਜਿਹੜਾ ਕਿ ਨੋਮੀਨੇਟਡ ਹੈ, ਜਿਹੜਾ ਕਿ ਭੇਜਿਆ ਗਿਆ। ਹੁਣ ਤੁਸੀਂ ਹਰ ਇੱਕ ਗੱਲ 'ਚ ਕਹੋ ਕਿ ਜੀ ਗਵਰਨਰ ਸਾਹਿਬ ਕਹਿੰਦੇ ਮੈਂ ਇਦਾਂ ਕਰਾਂਗਾ। ਹਰਿਆਣੇ ਦੇ ਗਵਰਨਰ ਨੇ ਕਿੰਨੀ ਕੁ ਵਾਰ ਪ੍ਰੈਸ ਕਾਨਫਰੰਸ ਕਰ ਲਈ। ਇਹ ਗੱਲਾਂ ਜਿਹੜੀਆਂ ਗਵਰਨਰ ਸਾਹਿਬ ਬਾਰ-ਬਾਰ ਕਹਿੰਦੇ ਆ, ਜੇ ਇਹਨਾਂ ਨੂੰ ਸੈਂਟਰ ਨੇ ਭੇਜਿਆ ਇੱਕ ਆਪੋਜੀਸ਼ਨ ਦਾ ਏਜੰਟ ਬਣਾ ਕੇ ਕਿ ਇਨਡਾਇਰੈਕਟਲੀ ਪੰਜਾਬ ਦੇ ਅੰਦਰ ਆਪਣਾ ਸਿਸਟਮ ਚਲਾ ਸਕਣ, ਉਹ ਪੰਜਾਬੀਆਂ ਨੇ ਚੱਲਣ ਨਹੀਂ ਦੇਣਾ। ਇਸ ਕਰਕੇ ਜਿਹੜੀਆਂ ਗੱਲਾਂ ਨਾ ਮੁੱਦੇ ਦੀਆਂ, ਇਹਨਾਂ ਨੂੰ ਅਗਰ ਇਹ ਸੈਂਟਰ ਦਾ ਨੇ, ਬੀਜੇਪੀ ਵੱਲੋਂ ਭੇਜੇ ਗਏ ਨੇ, ਇਹ ਕਹਿੰਦੇ ਮੈਂ ਰਿਟਾਇਰਡ ਪ੍ਰਿੰਸੀਪਲ ਹਾਂ ਤੇ ਰਿਟਾਇਰ ਵਕੋ ਰਹੋ, ਏਦਾਂ ਦਖਲਅੰਦਾਜ਼ੀ ਨਾ ਕਰੋ। ਜਿਹੜੀ ਗੱਲ ਤੁਸੀਂ ਮੈਂ ਆਪਾਂ ਡਿਬੇਟ ਨੂੰ ਨਾ ਅੱਜ ਅਗਲੇ ਪੁਆਇੰਟ ਤੋਂ ਸ਼ੁਰੂ ਕਰੀਏ ਕਿਉਂਕਿ ਰਾਜਪਾਲ ਤੇ ਸਰਕਾਰ ਦੇ ਵਿਚਾਲੇ ਜਿਹੜੀ ਟਸਲ ਹੈ ਉਸ ਦੇ ਉੱਤੇ ਗੱਲਬਾਤ ਬਹੁਤ ਵਾਰ ਹੋ ਚੁੱਕੀ ਹੈ। ਰਾਜਪਾਲ ਕਹਿ ਰਹੇ ਨੇ ਕਿ ਇੱਕ ਪੁਆਇੰਟ ਦੱਸੋ ਜਿੱਥੇ ਮੈਂ ਦਖਲਅੰਦਾਜ਼ੀ ਕੀਤੀ ਹੋਵੇ। ਦੱਸੋ ਤੁਸੀਂ ਕਿਹੜਾ ਪੁਆਇੰਟ ਹੈ ਜਿੱਥੇ ਰਾਜਪਾਲ ਨੇ ਦਖਲਅੰਦਾਜ਼ੀ ਕੀਤੀ ਹੈ ਸਰਕਾਰ ਦੇ ਕੰਮ। ਕਾਉਂਸਲ ਆਫ ਮਿਨਿਸਟਰਸ ਇੱਕ ਚੀਜ਼ ਪਾਸ ਕਰਕੇ ਕਹਿੰਦੇ ਵੀ ਅਸੀਂ ਸੈਸ਼ਨ ਬੁਲਾਣਾ ਹੈ, ਇਹ ਕਹਿੰਦੇ ਨਹੀਂ ਜੀ ਸੈਸ਼ਨ ਨਹੀਂ ਬੁਲਾਣਾ, ਮੈਂ ਅਲਾਉ ਨਹੀਂ ਕਰਾਂਗਾ। ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ, ਸੁਪਰੀਮ ਕੋਰਟ 'ਚ ਕੌਣ ਖੜਾ ਹੋਇਆ? ਇੱਕ ਵਕੀਲ ਖੜਾ ਹੋਇਆ ਵਿਧਾਨ ਸਭਾ ਤੋਂ, ਉਹ ਵੀ ਪੰਜਾਬ ਸਰਕਾਰ ਦਾ। ਇੱਕ ਵਕੀਲ ਖੜਾ ਹੋਇਆ ਗਵਰਨਰ ਤੋਂ, ਉਹ ਵੀ ਪੰਜਾਬ ਸਰਕਾਰ ਦਾ। ਇੱਕ ਵਕੀਲ ਖੜਾ ਹੋਇਆ ਆਮ ਆਦਮੀ ਪੰਜਾਬ ਦੀ ਸਰਕਾਰ ਵੱਲੋਂ, ਉਹ ਵੀ ਪੰਜਾਬ ਸਰਕਾਰ ਦਾ। 3 ਵਕੀਲਾਂ ਦਾ ਖਰਚਾ ਇਹਨਾਂ ਨੇ ਕਰਾਇਆ। ਫੈਸਲਾ ਕੀ ਆਇਆ ਕਿ ਕਾਉਂਸਲ ਆਫ ਮਿਨਿਸਟਰ ਜਿਹੜੀ ਵੀ ਚੀਜ਼ ਪਾਸ ਕਰਨ ਉਹ ਤੁਹਾਨੂੰ ਅਪਰੂਵ ਕਰਦੀ ਪੈਂਦੀ। ਫਿਰ ਉੱਥੇ ਸੈਸ਼ਨ 'ਚ ਖੜੇ ਹੋ ਗਏ, ਆਈ ਵਿਲ ਨਾਟ ਸੇ ਮਾਈ ਗਵਰਨਮੈਂਟ,
ਫਿਰ ਥੋੜੀ ਦੇਰ ਬਾਅਦ ਕਹਿੰਦੇ ਨਹੀਂ ਮਾਈ ਗਵਰਨਮੈਂਟ ਕਹਿਣਾ ਪਏਗਾ। ਦੇਖੋ ਇਦਾਂ ਹੈ, ਹਰ ਇੱਕ ਗੱਲ ਦੇ ਉੱਤੇ ਭਗਵੰਤ ਮਾਨ ਜੀ ਨੂੰ ਹੱਥ ਖੜਾ ਕਰਕੇ ਕਹਿਣਾ ਪੈਂਦਾ ਹੈ ਕਿ ਜਨਾਬ ਤੁਸੀਂ ਗਲਤ ਕਰ ਰਹੇ ਹੋ, ਠੀਕ ਕਰੋ। ਫਿਰ ਕਹਿੰਦੇ ਹਾਂ ਇਹ ਬਾਤ ਠੀਕ ਕਹਿ ਰਹੇ ਹੈ, ਮੇਰੇ ਜੇ ਮਾਈ ਗਵਰਨਮੈਂਟ ਕਹਿਣਾ ਪੜੇ। ਇਹ ਤੁਹਾਨੂੰ ਦਖਲਅੰਦਾਜ਼ੀ ਲੱਗ ਰਹੀ ਹੈ ਕਿ ਜੇ ਰੋਕਿਆ ਜਾ ਰਿਹਾ ਤਾਂ ਦਖਲਅੰਦਾਜ਼ੀ ਹੈ। ਨਹੀਂ, ਜੇ ਸੈਸ਼ਨ ਨਹੀਂ ਬੁਲਾਉਣ ਦੇਣਾ ਗਵਰਨਰ ਨੇ ਤੇ ਰੋਕਣਾ ਇਹ ਗਲਤ ਹੈਗਾ ਤੇ ਠੀਕ ਹੈ। ਹਰ ਇੱਕ ਚੀਜ਼ ਦੇ ਉੱਤੇ ਕਹਿਣਾ, ਮੈਂ ਕਹਿੰਦਾ ਸਾਰੇ ਡਰੱਗਸ ਦੇ ਉੱਤੇ ਕਹਿੰਦੇ ਨੇ ਮੈਂ ਸਾਰਾ ਫੈਸਲਾ ਕਰਾਂ, ਉਹ ਡਰੱਗਸ ਆਉਂਦੇ ਪਏ ਗੁਜਰਾਤ ਤੋਂ, ਅੱਜ ਤੱਕ ਉਹਦੇ ਬਾਰੇ ਨਹੀਂ ਬੋਲਿਆ। ਆਰਡੀਐਫ ਸਾਨੂੰ ਮਿਲਦਾ ਨਹੀਂ ਪਿਆ, ਉਹਦੇ ਬਾਰੇ ਨਹੀਂ ਬੋਲਦੇ। ਜਿਹੜੀਆਂ ਚੀਜ਼ਾਂ ਨੇ ਨਾ, ਜਿਹੜੇ ਮੁੱਦੇ ਨੇ ਪੰਜਾਬ ਦੇ, ਉਹਦੀ ਗੱਲ ਕਰੋ। ਆਪਣੀ ਭਾਰਤੀ ਜਨਤਾ ਪਾਰਟੀ ਦਾ ਏਜੰਟ ਬਣ ਕੇ ਗਵਰਨਰ ਵਾਲਾ ਕੰਮ ਨਾ ਕਰੋ। ਠੀਕ ਹੈ, ਚਲੋ ਆਪਾਂ ਹੁਣ ਜਵਾਬ ਲਈਏ, ਅੱਗੇ ਵਧਦੇ, ਇਸ ਪੂਰੀ ਚਰਚਾ ਨੂੰ ਵਧਾਉਂਦੇ ਹਾਂ। ਜੈਬੰਸ਼ ਜੀ ਦਾ ਰੁਖ ਕਰਦੇ ਹਾਂ, ਸਾਡੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜੈਬੰਸ਼ ਜੀ। ਦੇਖੋ ਗਵਰਨਰ ਸਾਹਿਬ ਇਹ ਕਹਿ ਰਹੇ ਸੀ ਡਾਇਰੈਕਟਲੀ ਕਿ ਇੱਕ ਦਖਲਅੰਦਾਜ਼ੀ ਦੱਸ ਦਿਓ। ਦਖਲਅੰਦਾਜ਼ੀ ਉਹਨਾਂ ਨੇ ਦੱਸ ਦਿੱਤੀ ਕਿ ਮਿਨਿਸਟਰ ਆਫ ਕਾਉਂਸਲਸ ਦਾ ਇਹ ਅਧਿਕਾਰ ਹੈ ਕਿ ਉਹ ਸਦਨ ਸੱਦਣ, ਇਜਲਾਸ ਸੱਦਣ, ਤਾਂ ਉਹ ਸੱਦਿਆ, ਉਸ ਦੇ ਵਿੱਚ ਬ੍ਰੇਕਾਂ ਲਗਾ ਦਿੱਤੀਆਂ। ਤੇ ਦੂਜਾ ਬਹੁਤ ਇੱਕ ਸਟਰੋਂਗ ਵਰਡ ਇਸਤੇਮਾਲ ਕਰ ਰਹੇ ਨੇ, ਬੀਜੇਪੀ ਦੇ ਏਜੰਟ ਦੇ ਤੌਰ ਦੇ ਉੱਤੇ ਗਵਰਨਰ ਕੰਮ ਕਰ ਰਹੇ ਨੇ। ਇਹ ਆਮ ਆਦਮੀ ਪਾਰਟੀ ਐਲੀਗੇਸ਼ਨ ਲਗਾ ਰਹੀ ਹੈ। ਹੋਪਫੁਲੀ ਕਿ ਇਸ ਪੂਰੀ ਡਿਬੇਟ ਨੂੰ ਗਵਰਨਰ ਸਾਹਿਬ ਵੀ ਸ਼ਾਇਦ ਦੇਖ ਰਹੇ ਹੋਣ, ਤਾਂ ਉਮੀਦ ਹੈ ਕਿ ਉਹਨਾਂ ਤੱਕ ਇਹ ਪੁਆਇੰਟ ਪਹੁੰਚਣਗੇ। ਔਰ ਜਿਹੜਾ ਜ਼ਿਕਰ ਤੁਸੀਂ ਕਰ ਰਹੇ ਹੋ ਅਹਲੂਵਾਲੀਆ ਜੀ ਨੇ ਜ਼ਿਕਰ ਕੀਤਾ ਕਿ ਆ ਸਾਨੂੰ ਲੱਗਦਾ ਕਿ ਦਖਲਅੰਦਾਜ਼ੀ ਹੈ, ਹੋਪਫੁਲੀ ਉਹਨਾਂ ਤੱਕ ਵੀ ਗੱਲ ਪਹੁੰਚੇਗੀ, ਉਹਨਾਂ ਦਾ ਜਵਾਬ ਵੀ ਆਵੇ। ਜੈਬੰਸ਼ ਜੀ। ਹਾਂਜੀ, ਥੈਂਕ ਯੂ ਗੌਰਵ ਜੀ। ਪਹਿਲੇ ਤੇ ਮੈਂ ਤੁਹਾਨੂੰ ਇਹ ਕਹਾਂ ਕਿ ਜਿਹੜੇ ਤਰੀਕੇ ਨਾਲ ਡਿਬੇਟ ਸ਼ੁਰੂ ਹੋਈ ਹੈ, ਜਿਹੜਾ ਤੁਸੀਂ ਓਪਨਿੰਗ ਨੈਰੇਟਿਵ ਦਿੱਤਾ ਹੈ ਇਸ ਡਿਬੇਟ ਦਾ ਕਿ ਪਿਆਰ ਹੋਣਾ ਚਾਹੀਦਾ ਹੈ, ਦੋਸਤੀ ਹੋਣੀ ਚਾਹੀਦੀ ਹੈ, ਫਿਰ ਤੁਸੀਂ ਕਿਹਾ ਟਕਰਾਰ ਹੈ, ਜੰਗ ਹੈ, ਵਾਰ ਪਲਟਵਾਰ ਹੈ। ਮੇਰੇ ਹਿਸਾਬ ਦੇ ਨਾਲ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਹੀਂ। ਇੱਕ ਗਵਰਨਰ ਤੇ ਇੱਕ ਸੀਐਮ ਦੀ ਜਾਂ ਕਿਸੇ ਸੀਨੀਅਰ ਦੀ ਤੇ ਉਹਦੇ ਜੂਨੀਅਰ ਦੀ ਇੱਕ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਹੁੰਦੀ ਹੈ। ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਦੇ ਵਿੱਚ ਕਰਟਸੀ ਹੁੰਦੀ ਹੈ ਤੇ ਸਾਰਾ ਕੰਮ ਜਿਹੜਾ ਹੈ ਉਹ ਉਸ ਇੰਸਟੀਟਿਊਸ਼ਨ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਹੁੰਦਾ ਹੈ। ਇਹਦੇ 'ਚ ਕੋਈ ਪਿਆਰ ਨਹੀਂ ਹੈ, ਕੋਈ ਪਲਟਵਾਰ ਨਹੀਂ ਹੈ, ਕੋਈ ਟਕਰਾਰ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਨੇ ਨਾ, ਇਹ ਸੈਂਸੇਸ਼ਨਲਿਜ਼ਮ ਹੈਗੀ ਹੈ ਤੇ ਇਹ ਸੈਂਸੇਸ਼ਨਲਿਜ਼ਮ ਦੇ ਵਿੱਚ ਆਪਣੀ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਮਾਹਿਰ ਹੈ, ਉਹਦਾ ਇਹ ਲੀਵਰੇਜ ਕਰਨ ਦੀ ਕੋਸ਼ਿਸ਼ ਕਰਦੀ ਹੈ। ਮੇਰੇ ਹਿਸਾਬ ਦੇ ਨਾਲ ਅੱਜ ਜੋ ਗਵਰਨਰ ਸਾਹਿਬ ਨੇ ਪ੍ਰੈਸ ਕਾਨਫਰੰਸ ਲਈ ਹੈ, ਉਹਦਾ ਨਾਲ ਉਹਨਾਂ ਨੇ ਆਪਣੇ ਗਵਰਨਰ ਆਫਿਸ ਦੀ ਡਿਗਨਿਟੀ ਨੂੰ ਤੇ ਗਰਿਮਾ ਨੂੰ ਬਹੁਤ ਅਪਲਿਫਟ ਕੀਤਾ ਹੈ। ਤੇ ਕੁਝ ਜਿਹੜੀਆਂ ਬੇਬੁਨਿਆਦ ਐਲੀਗੇਸ਼ਨਸ ਉਹਨਾਂ ਦੇ ਖਿਲਾਫ ਲੱਗ ਰਹੀਆਂ ਸੀਗੀਆਂ, ਉਹਨਾਂ ਦੇ ਉੱਤੇ ਬਹੁਤ ਹੀ ਸਹਿਜ ਤਰੀਕੇ ਦੇ ਨਾਲ ਉਹਨਾਂ ਨੇ ਟਿੱਪਣੀ ਕਰਕੇ ਉਹਨਾਂ ਐਲੀਗੇਸ਼ਨਸ ਨੂੰ ਦੂਰ ਕਰ ਦਿੱਤਾ ਹੈ। ਹੁਣ ਮੈਂ ਤੁਹਾਡੇ ਪੁਆਇੰਟ ਦੇ ਉੱਤੇ ਆਨਾ, ਜਿਹੜਾ ਕਹਿ ਰਹੇ ਨੇ ਸੈਸ਼ਨ ਨਹੀਂ ਲੱਗਣ ਦਿੱਤੀ, ਅਲਟੀਮੇਟਲੀ ਤੇ ਸੈਸ਼ਨ ਲੱਗ ਹੀ ਗਈ ਨਾ। ਤੇ ਏਜੰਟ ਜਿਹੜਾ ਹੈ ਇਹ ਫਿਰ ਚੋਂ ਮਤਲਬ ਹੁਣੇ ਹੀ ਇਹਨਾਂ ਨੂੰ ਸਾਰੀ ਦੁਨੀਆ ਇਹਨਾਂ ਦੀ ਦੁਰ ਕਰ ਰਹੀ ਹੈ, ਪੰਜਾਬ ਦੀ ਦੁਰ ਕਰ ਰਹੀ ਹੈ ਕਿ ਇਹਨਾਂ ਦੀ ਬਾਣੀ ਠੀਕ ਨਹੀਂ ਹੈ, ਇਹਨਾਂ ਦੀ ਸ਼ਬਦਾਵਲੀ ਠੀਕ ਨਹੀਂ ਹੈ। ਫਿਰ ਇਹ ਐਸੀਆਂ ਚੀਜ਼ਾਂ ਕਰਨ ਤੋਂ ਪਿੱਛੇ ਨਹੀਂ ਹਟਦੇ। ਬੜਾ ਅਫਸੋਸ ਹੁੰਦਾ ਸਾਨੂੰ। ਸਾਰੇ ਜਿਹੜੇ ਐਜੂਕੇਟਿਡ ਚੰਗੇ ਪੰਜਾਬ ਇੱਕ ਸਿਵਲਾਈਜ਼ਡ ਹੈਗੀ ਹੈ, ਸਾਡੀ ਪੰਜਾਬੀ ਲੈਂਗੁਏਜ ਬਹੁਤ ਅੱਛੀ ਹੈ, ਅਸੀਂ ਬੜੇ ਪਿਆਰ ਦੇ ਨਾਲ ਗੱਲ ਕਰਦੇ ਹਾਂ। ਇਹ ਚੀਜ਼ਾਂ ਇਹ ਪਿਆਰ ਨਾਲ ਵੀ ਕਹਿ ਸਕਦੇ ਨੇ। ਤੁਸੀਂ ਦੱਸੋ ਅਗਰ ਉਹ ਸੈਸ਼ਨ ਨਹੀਂ ਲੱਗੀ ਤੇ ਉਹਦੇ ਨਾਲ ਲਾਅ ਐਂਡ ਆਰਡਰ ਨੂੰ ਕੀ ਪ੍ਰੋਬਲਮ ਪੈ ਗਿਆ, ਜਾਂ ਇੰਪਲੋਇਮੈਂਟ ਇਹਨਾਂ ਦੀ ਕਿੱਥੇ ਜਿਹੜੀ ਵੱਧ ਰਹੀ ਸੀਗੀ ਉਹ ਨਹੀਂ ਹੋਈ, ਇਹਨਾਂ ਦੀ ਇੰਡਸਟਰੀ ਜਿਹੜੀ ਆਣੀ ਸੀ ਉਹ ਨਹੀਂ ਆ ਸਕੀ, ਕਰਪਸ਼ਨ ਦੇ ਉੱਤੇ ਕੋਈ ਕੰਟਰੋਲ ਹੋ ਗਿਆ, ਲਾਲ ਸਿੰਘ ਕਟਾਰੂ ਚੱਕ ਦਾ ਕੇਸ ਜਿਹੜਾ ਖਤਮ ਹੋ ਗਿਆ। ਜੋ ਇਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਉਹ ਕੰਮ ਇਹਨਾਂ ਕੋਲੋਂ ਹੁੰਦੇ ਨਹੀਂ। ਇੱਕ ਦਿਨ ਤੋਂ ਦੂਸਰੇ ਦਿਨ ਦੇ ਵਿੱਚ ਕੋਈ ਨਾ ਕੋਈ ਸੈਂਸੇਸ਼ਨਲਿਜ਼ਮ ਲੈ ਕੇ ਆ ਜਾਂਦੇ ਨੇ। ਉਹ ਤੁਹਾਨੂੰ ਲੱਗ ਰਿਹਾ ਕਿ ਦਖਲਅੰਦਾਜ਼ੀ ਕੋਈ ਨਹੀਂ ਹੈ, ਅਸੀਂ ਨਿਕਾਲ ਦਿੰਨੇ ਆ। ਤੁਹਾਨੂੰ ਲੱਗਦਾ ਕੋਈ ਦਖਲਅੰਦਾਜ਼ੀ ਨਹੀਂ ਹੈ? ਜੀ ਦੀ ਕਿਹਦੇ ਨਾਲ ਬਣਦੀ ਹੈ ਤੁਸੀਂ ਦੱਸੋ, ਇੱਕ ਸੈਕਿੰਡ, ਕਿਹਦੇ ਨਾਲ ਬਣਦੀ ਹੈ? ਨਾ ਗਵਰਨਰ ਨਾਲ ਬਣਦੀ ਹੈ, ਨਾ ਐਸਜੀਪੀਸੀ ਨਾਲ ਬਣਦੀ ਹੈ, ਨਾ ਕਿਸੇ ਸੰਸਥਾ ਨਾਲ ਬਣਦੀ ਹੈ, ਨਾ ਕਿਸੇ ਵਾਈਸ ਚਾਂਸਲਰ ਨਾਲ ਬਣਦੀ ਹੈ, ਨਾ ਸੈਂਟਰ ਦੇ ਨਾਲ ਬਣਦੀ ਹੈ। ਕਿਹਦੇ ਨਾਲ ਬਣਦੀ ਹੈ? ਇਹ ਸਾਰੀ ਦੁਨੀਆ ਨੂੰ ਲੜ ਕੇ ਕਿ ਪੰਜਾਬ ਦੇ ਨਾਲ ਕੀ ਕਹਿੰਦੇ ਨੇ, ਪੰਜਾਬ ਨੂੰ ਚਲਾ ਸਕਦੇ ਨੇ। ਠੀਕ ਹੈ, ਚਲੋ ਜਵਾਬ ਲੈ ਲਈਏ। ਨਾ ਜੀਐਨਕੇ ਨਾਲ ਬਣਦੀ ਹੈ। ਜਵਾਬ ਲੈ ਲਈਏ। ਬਹੁਤ ਛੋਟਾ ਜਿਹਾ ਆਨਸਰ ਰੱਖਿਓ ਅਹਲੂਵਾਲੀਆ ਸਾਹਿਬ, ਤੁਹਾਡੀ ਬਣਦੀ ਕਿਸੇ ਦੇ ਨਾਲ ਨਹੀਂ, ਇਹ ਕਹਿ ਰਹੇ ਨੇ ਬੀਜੇਪੀ ਦੇ ਨੁਮਾਇੰਦੇ। ਨਹੀਂ, ਇਹ ਠੀਕ ਗੱਲ ਹੈ ਕਿ 20 ਅਲੱਗ-ਅਲੱਗ ਸਟੇਟਸ 'ਚ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਹੋ ਕੇ ਆਏ ਨੇ, ਸਾਰਿਆਂ ਨੇ ਵੈਲਕਮ ਕੀਤਾ, ਸਾਰਿਆਂ ਨੇ ਕਿਹਾ ਅਸੀਂ ਆਰਡੀਨੈਂਸ ਦੇ ਅਗੇਂਸਟ ਖੜੇ ਆ, ਹੁਣੇ ਸਾਡੀ ਬਣਦੀ ਨਹੀਂ ਇਹਨਾਂ ਦੇ ਅਕੋਰਡਿੰਗਲੀ। ਜਿਹੜੀ ਗੱਲ ਇਹਨਾਂ ਨੂੰ ਕਹੀ ਨਾ ਵੀ ਸੈਸ਼ਨ ਦੀ ਪਰਮਿਸ਼ਨ ਗਵਰਨਰ ਨੇ ਨਹੀਂ ਦਿੱਤੀ, ਸੁਪਰੀਮ ਕੋਰਟ ਤੋਂ ਲੈ ਕੇ, ਤੁਸੀਂ ਇੱਕ ਗੱਲ ਦੱਸੋ ਕਿਸ ਪਾਵਰ ਦੇ ਅੰਦਰ ਸੈਸ਼ਨ ਨੂੰ ਰੋਕਣ ਦੀ ਪਰਮਿਸ਼ਨ ਜਿਹੜੀ ਹੈ ਉਹ ਡਿਨਾਈ ਕਰਦੇ? ਇਸ ਬਾਰੇ ਵੀ ਰੌਲਾ ਪਾ ਕੇ ਬੈਠ ਗਏ ਸੀਗੇ ਕਿ ਵੀ ਨਹੀਂ ਜੀ ਐਤਕੀ ਵੀ ਨਹੀਂ ਦਾਂਗੇ। ਇਹ ਬਾਰ-ਬਾਰ ਇਹ ਕਹਿ ਦੇਣਾ ਭਾਰਤੀ ਜਨਤਾ ਪਾਰਟੀ ਦੇ ਅਗੇਂਸਟ ਅਗਰ ਕੋਈ ਸਰਕਾਰ ਖੜੀ ਹੈ ਤਾਂ ਆਮ ਆਦਮੀ ਪਾਰਟੀ ਖੜੀ ਹੈ। ਐਸੀ ਚੀਜ਼ ਦਾ ਡਰ ਹੈ ਜਿਹਦੇ ਕਰਕੇ ਇਹ ਡਿਫਰੈਂਟ ਐਂਗਲ ਤੋਂ ਪੰਜਾਬ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ। ਠੀਕ ਹੈ, ਚਲੋ ਇੱਕ ਵਾਰੀ ਆਪਾਂ ਜਿਹੜੇ ਬਾਕੀ ਮਹਿਮਾਨਾਂ ਨਾਲ ਜੁੜੇ ਹੋਏ ਆ ਉਹਨਾਂ ਦਾ ਰੁਖ ਕਰ ਲਈਏ। ਮੈਂ
ਕਲੇਰ ਸਾਹਿਬ ਦਾ ਰੁਕ ਕਰ ਰਿਹਾ ਛੋਟੀ ਜਿਹੀ ਇਹਦੇ ਤੇ ਮੈਂ ਕਲੈਰੀਫਿਕੇਸ਼ਨ ਦੇ ਜੈਮਾਨ ਜੀ ਰਿਐਕਟ ਕਰ ਲਓ ਤੁਸੀਂ। ਇੱਕ ਛੋਟੀ ਜਿਹੀ ਕਲੈਰੀਫਿਕੇਸ਼ਨ ਦੇ ਦਵਾਂ। ਪਹਿਲੀ ਗੱਲ ਤੇ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਭਰਮ ਹੈ ਨਾ ਇਹਨਾਂ ਨੂੰ ਕਿ ਇਹੋ ਹੀ ਸਾਡੇ ਅਗੇਂਸਟ ਖੜੇ ਨੇ ਤੇ ਇਹਨਾਂ ਦੇ ਇਲਾਵਾ ਕੋਈ ਹੈ ਨਹੀਂ। ਗਵਰਨਰ ਨੂੰ ਕਿਉਂ ਭੇਜਦੇ ਹੋ? ਗਵਰਨਰ ਨੂੰ ਕਿਉਂ ਇਹੋ ਜਿਹੇ ਕੰਮ ਕਰਦੇ ਹੋ? ਇਹਨਾਂ ਨੂੰ ਪੁੱਛੋ ਹਰਿਆਣਾ ਗਵਰਨਰ ਨੇ ਕਿੰਨੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ, ਕਿੰਨੀਆਂ ਪ੍ਰੈਸ ਕਾਨਫਰੰਸ ਕੀਤੀਆਂ ਹਰਿਆਣਾ ਗਵਰਨਰ ਨੇ ਜੀ? ਨਾਰਦੀ ਸਟੇਟ ਹੈ, ਠੀਕ ਹੈ ਚਲੋ, ਕਿਉਂਕਿ ਉੱਥੇ ਬੀਜੇਪੀ ਦਾ ਰਾਜ ਹੈ, ਇਸ ਕਰਕੇ ਨਹੀਂ ਕਰਦਾ। ਦਿੱਲੀ ਦੇ ਅੰਦਰ ਤੁਹਾਡਾ ਲੈਫਟੀਨੈਂਟ ਕੀ ਕਰਦਾ ਹੈ? ਬਾਰ-ਬਾਰ ਤੁਹਾਡਾ ਦਿੱਲੀ ਦੇ ਅੰਦਰ ਲੈਫਟੀਨੈਂਟ ਕੀ ਕਰਦਾ ਹੈ? ਆਮ ਆਦਮੀ ਪਾਰਟੀ ਤੋਂ ਡਰ ਨਹੀਂ ਹੈ ਤੇ ਫਿਰ ਕਿਉਂ ਇਹੋ ਜਿਹੇ ਕੰਮ ਕਰਦੇ ਹੋ? ਕਹਿ ਰਹੇ ਕਿ ਬਾਕੀ ਸਟੇਟਾਂ ਦੇ ਵਿੱਚ ਗਵਰਨਰ ਪ੍ਰੈਸ ਕਾਨਫਰੰਸ ਨਹੀਂ ਕਰਦੇ ਨਾ, ਉਹਨਾਂ ਨੂੰ ਲੋੜ ਨਹੀਂ ਪੈਂਦੀ। ਉਹ ਨਹੀਂ ਉਹ ਇਹਨਾਂ ਨੂੰ ਆਲੂਵਾਲੀਆ ਸਾਹਿਬ ਨੇ 2 ਵਾਰ ਕਹਿਤਾ ਹੈ ਗੌਰਵ ਜੀ ਕਿ ਹਰਿਆਣਾ ਦਾ ਗਵਰਨਰ ਨਹੀਂ ਕਰਦਾ। ਇਹਨਾਂ ਨੂੰ ਪੁੱਛੋ ਜ਼ਰਾ ਹਰਿਆਣਾ ਦੇ ਗਵਰਨਰ ਦਾ ਨਾਂ ਕੀ ਹੈ? ਨਹੀਂ ਆ ਗਏ ਨੇ ਇੱਥੇ ਪ੍ਰੈਸ ਕਾਨਫਰੰਸ। ਨਹੀਂ, ਉਹ ਪ੍ਰੈਸ ਕਾਨਫਰੰਸ ਕਰਦਾ ਹੈ ਗਵਰਨਰ ਆਫ ਹਰਿਆਣਾ। ਨਹੀਂ, ਇੱਕ ਗੱਲ ਦੱਸੋ, ਉਹ ਪ੍ਰੈਸ ਕਾਨਫਰੰਸ ਕਰਦਾ ਹੈ ਕਿ ਨਹੀਂ ਕਰਦਾ? ਇਹਦਾ ਜਵਾਬ ਤਾਂ ਦੇ ਦਿਓ। ਹਰਿਆਣਾ ਦੇ ਗਵਰਨਰ ਦਾ ਨਾਂ ਕੀ ਹੈ ਦੱਸੋ। ਨਹੀਂ ਫਿਰ ਉਹਦੇ ਨਾਲ ਕੀ, ਉਹਦੇ ਨਾਲ ਪ੍ਰੈਸ ਕਾਨਫਰੰਸ ਚ ਕਲੀਅਰ ਨਹੀਂ ਤੁਸੀਂ ਦੱਸੋ ਨਾ ਮੈਨੂੰ ਹਰਿਆਣੇ ਦੇ ਗਵਰਨਰ ਦਾ ਉਹਦੇ ਨਾਲ ਨਾਂ ਕੀ ਹੈ? ਪ੍ਰੈਸ ਕਾਨਫਰੰਸ ਪੰਜਾਬ ਦੇ ਫੋਕਸ ਕਰੀਏ, ਆਪਾਂ ਪੰਜਾਬ ਬੋਲਦੇ ਦੱਸੋ ਹਰਿਆਣੇ ਦੇ ਗਵਰਨਰ ਦਾ ਸਾਨੂੰ ਸਾਰੇ ਪੰਜਾਬ ਤੇ ਫੋਕਸ ਕਰਨਾ ਚਾਹੀਦਾ। ਦੱਸੋ ਪ੍ਰੈਸ ਕਾਨਫਰੰਸ ਠੀਕ ਹੈ, ਥੋੜਾ ਵੇਟ ਕਰੋ। ਕਲੇਰ ਜੀ ਔਰ ਰਿਆਲ ਸਾਹਿਬ ਵੇਟ ਕਰ ਰਹੇ ਨੇ। ਗਵਰਨਰ ਆਫ ਪੰਜਾਬ ਐਂਡ ਹਰਿਆਣਾ ਹੋਪਫੁਲੀ ਤੁਹਾਡੀਆਂ ਸਟੇਟਮੈਂਟਸ ਲੋਕਾਂ ਤੱਕ ਪਹੁੰਚੀਆਂ। ਨੌਲੇਜ ਹੈ ਜਿਹੜੇ ਇੱਥੇ ਲਿਆ ਕੇ ਬਿਠਾ ਦਿੰਦੇ ਨੇ ਬੁਲਾਰੇ। ਜੇ ਤੁਸੀਂ ਦੱਸ ਦੋ ਜੀ, ਮੈਂ ਰਿਕੁਐਸਟ ਕਰ ਰਿਹਾ ਕਿ ਥੋੜਾ ਜਿਹਾ ਆਪਾਂ ਇੱਕ ਨਿੱਜੀ ਨਾ ਹੋਈਏ, ਪਰਸਨਲ ਨਾ ਹੋਈਏ। ਔਰ ਗੱਲ ਇਹੀ ਹੈ ਕਿ ਇਸ ਪੁਆਇੰਟ ਦੇ ਉੱਤੇ ਇਸ ਡਿਬੇਟ ਪਹਿਲਾਂ ਵੀ ਬਹੁਤ ਸਾਰੀਆਂ ਹੋਈਆਂ ਨੇ ਗਵਰਨਰ ਔਰ ਸੀਐਮ ਦੇ ਵਿਚਾਲੇ। ਮੈਂ ਇਸ ਕਰਕੇ ਕਹਿ ਰਿਹਾ ਸੀ ਆਪਾਂ ਪੁਆਇੰਟ ਦਰ ਪੁਆਇੰਟ ਅੱਗੇ ਵਧੀਏ ਕਿ ਠੀਕ ਹੈ ਇਹ ਪਹਿਲੀ ਦਖਲਅੰਦਾਜ਼ੀ ਸੀ ਜਿਸ ਦੇ ਉੱਤੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜਾਂ ਜਵਾਬ ਦਿੱਤਾ ਹੈ ਜੈਬੰਸ਼ ਜੀ ਨੇ। ਜੈਬੰਸ਼ ਜੀ ਮੈਂ ਤੁਹਾਡੇ ਕੋਲ ਵੀ ਵਾਪਸ ਆਉਂਗਾ, ਰੁਕ ਕਰਦਾ ਕਲੇਰ ਸਾਹਿਬ ਦਾ। ਕਲੇਰ ਸਾਹਿਬ ਹੋ ਕੀ ਰਿਹਾ ਹੈ? ਇਹ ਹੁਣ ਲਾਈਨ ਕ੍ਰਾਸ ਕੌਣ ਕਰ ਰਿਹਾ ਹੈ ਅਕਾਲੀ ਦਲ ਦੇ ਮੁਤਾਬਿਕ? ਅਕਾਲੀ ਦਲ ਨੂੰ ਕੀ ਨਜ਼ਰ ਆ ਰਿਹਾ ਹੈ? ਗੌਰਵ ਜੀ, ਮੇਰਾ ਜਿਹੜਾ ਪੰਜਾਬ ਹੈ ਇਹ ਇੱਕ ਬਾਰਡਰ ਸੂਬਾ ਤੇ ਬਾਰਡਰ ਸੂਬੇ ਦੇ ਆਪਣੇ ਬਹੁਤ ਮਸਲੇ ਨੇ, ਚਾਹੇ ਗਵਾਂਢੀ ਮੁਲਕ ਤੋਂ ਖਤਰਾ ਹੋਵੇ, ਚਾਹੇ ਬਾਰਡਰ ਸੂਬੇ ਦਾ ਆਪਣਾ ਲਾਅ ਐਂਡ ਆਰਡਰ ਹੋਵੇ, ਚਾਹੇ ਬਾਰਡਰ ਸੂਬੇ ਦੀ ਡਿਵੈਲਪਮੈਂਟ ਹੋਵੇ, ਚਾਹੇ ਸੋਸ਼ਲ ਵੈਲਫੇਅਰ ਸਕੀਮਾਂ ਹੋਣ। ਜਿਹੜਾ ਅੱਜ ਪੰਜਾਬ ਦੇ ਵਿੱਚ ਸਭ ਕੁਝ ਸਿਸਟਮ ਹੀ ਚਰਮਰਾ ਗਿਆ ਤੇ ਸਾਡੇ ਵਿਧਾਨ ਸਭਾ ਸੈਸ਼ਨ ਜਾਂ ਵਿਧਾਨ ਸਭਾ ਨੂੰ ਮੁੱਖ ਮੰਤਰੀ ਨੇ ਇੱਕ ਪੋਲੀਟੀਕਲ ਅਖਾੜਾ ਬਣਾ ਲਿਆ ਹੈ। ਮੁੱਖ ਮੰਤਰੀ ਨੂੰ ਕਿਸੇ ਨੇ ਇੰਨੀ ਕੁ ਗੱਲ ਦੱਸਤੀ ਹੈ ਕਿ ਅੰਦਰ ਖੜ ਕੇ ਜੋ ਮਰਜ਼ੀ ਬੋਲੋ, ਡੈਫੇਮੇਸ਼ਨ ਨਹੀਂ ਪੈਂਦੀ। ਤੇ ਮੁੱਖ ਮੰਤਰੀ ਵਿਧਾਨ ਸਭਾ ਲਾਉਂਦੇ ਕਾਹਦੇ ਲਈ ਨੇ? ਸਿਰਫ ਦੂਜਿਆਂ ਦੀ ਕਿਰਦਾਰਕੁਸ਼ੀ ਕਰਨ ਵਾਸਤੇ। ਮੈਨੂੰ ਇਹ ਦੱਸੋ ਵੀ ਜਿੰਨੇ ਵਿਸ਼ੇਸ਼ ਸੈਸ਼ਨ ਬੁਲਾਏ ਉਹਨਾਂ ਚੋਂ ਪੰਜਾਬ ਨੂੰ ਕੀ ਫਾਇਦਾ ਹੋਇਆ? ਪੰਜਾਬ ਲਈ ਕੀ ਨਿਕਲਿਆ? ਅੱਜ ਤੱਕ ਆਪਰੇਸ਼ਨ ਲੋਟਸ ਤੇ ਐਕਸ਼ਨ ਟੇਕਨ ਰਿਪੋਰਟ ਨਹੀਂ ਆਈ। ਜਿਹੜੇ ਕਹਿੰਦੇ ਸੀ ਸਾਡੇ ਐਮਐਲਏ ਖਰੀਦ ਰਹੇ ਨੇ, ਡੀਜੀਪੀ ਕੋਲੇ ਹਰਪਾਲ ਚੀਮਾ ਗਿਆ ਸੀ ਔਰ ਕੱਲ ਫੇਰ ਦੁਬਾਰਾ ਦੇਖੋ ਇੱਕ ਗੱਲ ਇਹ ਕਰਦੇ ਨੇ, ਏਜੰਡਾ ਕੁਝ ਹੋਰ ਭੇਜਦੇ ਨੇ। ਸੈਸ਼ਨ ਬੁਲਾਇਆ ਜਿਹੜਾ ਹੁੰਦਾ ਵਿੱਤੀ ਸੈਸ਼ਨ ਨੂੰ ਐਕਸਟੈਂਡ ਕਰਨ ਦਾ, ਉੱਥੇ ਫੇਰ ਦੁਬਾਰਾ ਇਲੀਗਲ ਬਿੱਲ ਲਿਆਂਦਾ, ਸਿੱਧਾ ਗੁਰੂ ਘਰਾਂ ਤੇ ਕਬਜ਼ਾ, ਉਹਨਾਂ ਤੇ ਹਮਲਾ। ਔਰ ਮੁੱਖ ਮੰਤਰੀ ਦੀ ਜੋ ਸ਼ਬਦਾਵਲੀ ਸੀ ਅੰਦਰ, ਦੇਖੋ ਅੱਜ ਗਵਰਨਰ ਸਾਹਿਬ ਨੇ ਜੋ ਕਿਹਾ, ਮੈਂ ਵੀ ਗਵਰਨਰ ਸਾਹਿਬ ਨਾਲ, ਮੈਨੂੰ ਦੇਖੋ ਗਵਰਨਰ ਸਾਹਿਬ ਦੀ ਇੱਕ ਚੇਅਰ ਦੀ ਰਿਸਪੈਕਟ ਹੈ, ਪਰ ਮੈਂ ਗਵਰਨਰ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਇਹ ਸਰਕਾਰ ਨੇ ਬਖਸ਼ਿਆ ਕਿਹਨੂੰ ਹੈ? ਨਾ ਗਵਰਨਰ ਬਖਸ਼ਿਆ, ਨਾ ਬਾਣੇ ਵਾਲੇ ਬਖਸ਼ੇ, ਨਾ ਗੁਰੂ ਦੀ ਬਾਣੀ ਬਖਸ਼ੀ, ਨਾ ਇਹਨਾਂ ਨੇ ਕਕਾਰ ਬਖਸ਼ੇ। ਸਨੀ ਆਲੂਵਾਲੀਆ ਸਾਹਿਬ ਉਰੇ ਬੈਠੇ ਨੇ, ਮੇਰੇ ਵੱਡੇ ਭਰਾ ਨੇ, ਮੈਂ ਬਹੁਤ ਸਤਿਕਾਰ ਕਰਦਾ ਇਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਕੁਝ ਵੀ ਹੋਵੇ। ਮੈਂ ਸਨੀ ਆਲੂਵਾਲੀਆ ਨੂੰ ਪੁੱਛਦਾ ਕਿ ਤੁਸੀਂ ਪਹਿਲਾਂ ਤੁਸੀਂ ਵੀ ਦਾੜੇ ਆਪਣੀ ਬੰਨ੍ਹਦੇ ਸੀ, ਅੱਜ ਪ੍ਰਕਾਸ਼ ਕਰ ਲਿਆ। ਕੀ ਅਕਾਲੀ ਦਲ ਨੇ ਸਵਾਲ ਉਠਾਇਆ ਵੀ ਮੌਕਾ ਪ੍ਰਸਤ ਹੋ ਗਏ? ਮੁੱਖ ਮੰਤਰੀ ਨੂੰ ਕਿਹਨੇ ਹੱਕ ਦਿੱਤਾ ਕਿ ਜਿਹੜਾ ਸਿੱਖਾਂ ਨੂੰ ਗੁਰੂ ਦੀ ਬਖਸ਼ਿਸ਼ ਹੈ, ਸਾਡੇ ਤੇ ਨਹੀਂ ਆਲੂਵਾਲੀਆ ਸਾਹਿਬ ਤੇ ਅਸਾਂ ਕਹਾਂਗੇ ਸਾਨੂੰ ਵੀ ਗੁਰੂ ਬਖਸ਼ਿਸ਼ ਕਰੇ, ਅਸੀਂ ਵੀ ਗੁਰੂ ਦੀਆਂ ਬਖਸ਼ਿਸ਼ਾਂ ਲਈਏ? ਕੀ ਮੁੱਖ ਮੰਤਰੀ ਨੂੰ ਇਹ ਸਮਝਾ ਨਹੀਂ ਸਕਦੇ ਆਲੂਵਾਲੀਆ ਸਾਹਿਬ ਕਿ ਮੁੱਖ ਮੰਤਰੀ ਸਾਹਿਬ ਬੋਲਣ ਲੱਗੇ ਗੁਰੇਜ਼ ਕਰੋ, ਇਹ ਜਿਹੜੀਆਂ ਗੁਰੂ ਦੀਆਂ ਦਾਤਾਂ ਨੇ ਇਹਨਾਂ ਤੇ ਜਿਹੜੀ ਗੰਦੀ ਸ਼ਬਦਾਵਲੀ ਹੈ, ਕਿਰਪਾ ਕਰਕੇ ਆਪਣਾ ਮੂੰਹ ਉਹਨਾਂ ਤੇ ਬੰਦ ਰੱਖੋ। ਠੀਕ ਹੈ, ਗੁਰੂ ਘਰ ਦੇ ਕੀਰਤਨੀਆਂ ਦੇ ਖਿਲਾਫ ਬੋਲੇ, ਉਹਨਾਂ ਤੇ ਆਪਣਾ ਮੂੰਹ ਬੰਦ ਰੱਖੋ। ਇੱਕ ਮਿੰਟ ਆਲੂਵਾਲੀਆ ਸਾਹਿਬ। ਫਿਰ ਦੂਜੇ ਆਪਾਂ ਆ ਜਾਈਏ ਮਸਲੇ ਪੰਜਾਬ ਦੇ। ਹੁਣ ਪਹਿਲੀ ਗੱਲ ਜਿਹੜੀ ਅੱਜ ਗਵਰਨਰ ਸਾਹਿਬ ਨੇ ਬਹੁਤ ਗੰਭੀਰ ਇਲਜ਼ਾਮ ਲਾਇਆ, ਉਹ ਲਾਇਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਹੈ, ਅਗਰ ਉਹਦੇ ਚ ਯੂਜੀਸੀ ਨੋਰਮਸ ਫੁੱਲਫਿਲ ਨਹੀਂ ਕੀਤੇ ਤਾਂ ਪੰਜਾਬ ਸਰਕਾਰ ਪੇਪਰ ਲਿਆਵੇ ਕਿ ਕਿਉਂ ਨਹੀਂ ਕੀਤੇ, ਪੰਜਾਬ ਨੂੰ ਜਾਣਨ ਦਾ ਹੱਕ ਹੈ। ਅਗਰ 40 ਐਪਲੀਕੈਂਟ ਆਏ, ਇੰਟਰਵਿਊ ਲਈ ਨਹੀਂ ਬੁਲਾਏ ਗਏ, ਪੰਜਾਬ ਸਰਕਾਰ ਕਰੇ ਜਾਰੀ ਇੰਟਰਵਿਊ ਹੋਈ ਹੈ ਕਿ ਨਹੀਂ ਹੋਈ। ਗਵਰਨਰ ਸਾਹਿਬ ਨੇ ਅਗਰ ਐਡਵਰਸ ਨੋਟ ਦਿੱਤਾ ਹੈ, ਤੁਸੀਂ ਉਹਨਾਂ ਨੇ ਤਾਂ ਵੀ ਲਾਤਾ ਕਿ ਚਲੋ ਜੀ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ, ਪਰ ਇੱਕ ਗੱਲ ਦੀ ਜਵਾਬਦੇਹੀ ਤਾਂ ਹੈ ਕਿ ਫਿਰ ਜਿਹੜਾ ਚਾਂਸਲਰ ਵਾਈਸ ਚਾਂਸਲਰ ਵਾਲਾ ਮਸਲਾ ਵਿਧਾਨ ਸਭਾ ਚੱਲਿਆ, ਕਿਤੇ ਇਸੇ ਗੱਲ ਕਰਕੇ ਤਾਂ ਨਹੀਂ ਕਿ ਇਨਕੰਪੀਟੈਂਟ ਬੰਦੇ ਯੂਨੀਵਰਸਿਟੀਆਂ ਚਲਾਏ ਜਾ ਰਹੇ ਨੇ, ਉਹਨਾਂ ਤੇ ਆਬਜੈਕਸ਼ਨ ਹੋ ਰਹੀ ਹੈ ਤੇ ਤੁਸੀਂ ਉਸ ਚੀਜ਼ ਤੇ ਤੁਹਾਨੂੰ ਸਾੜਾ ਪੈਂਦਾ। ਦੂਜੀ ਗੱਲ ਤੇ ਆਜੋ, ਜੋ ਆਰਡੀਐਫ ਦਾ ਇਸ਼ੂ ਹੈ ਜੀ, ਪੰਜਾਬ ਦੀ ਸਰਕਾਰ ਗਵਰਨਰ ਨੇ ਜਿਹੜਾ ਗੰਭੀਰ ਐਲੀਗੇਸ਼ਨ ਲਾਇਆ ਉਹ ਤੇ ਵਾਈਟ ਪੇਪਰ ਜਾਰੀ ਕਰੇ ਕਿ ਆਰਡੀਐਫ ਬਾਰੇ ਇਹਨਾਂ ਨੇ ਗਵਰਨਰ ਨੂੰ ਲਿਖਤੀ ਦਿੱਤਾ ਸੀ,
ਔਰ ਗਵਰਨਰ ਨੇ ਉਹ ਦਿੱਲੀ ਨੂੰ ਨਹੀਂ ਭੇਜਿਆ ਕਿਉਂਕਿ ਇਹਨਾਂ ਨੇ ਇਲਜ਼ਾਮ ਲਾਇਆ। ਅਗਰ ਗਵਰਨਰ ਝੂਠ ਬੋਲ ਰਹੇ ਨੇ ਤਾਂ ਗਵਰਨਰ ਜਵਾਬ ਦੇ ਨੇ, ਪਰ ਉਹਨਾਂ ਨੇ ਆ ਕੇ ਕਹਿਤਾ ਕਿ ਮੈਨੂੰ ਨਹੀਂ ਭੇਜਿਆ, ਨਹੀਂ ਪੰਜਾਬ ਸਰਕਾਰ ਜਵਾਬ ਦੇ। ਤੀਸਰੀ ਜਿਹੜੀ ਗੱਲ ਆਈ ਪੰਜਾਬ ਯੂਨੀਵਰਸਿਟੀ ਦੀ ਜੀ, ਹੁਣ ਅੱਜ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਸਰਕਾਰ ਨੇ 5 ਕਰੋੜ ਦੇ ਕਰੀਬ 500 ਕਰੋੜ ਦੇ ਕਰੀਬ ਪੈਸਾ ਦੇਣਾ ਹੈ। ਉਹ 500 ਕਰੋੜ ਨਾ ਦੇ ਕੇ ਇਹ 750 800 ਕਰੋੜ ਐਡਵਰਟਾਈਜ਼ਮੈਂਟ ਤੇ ਲਾਉਂਦੇ ਨੇ। ਉਹਦੀ ਕੀ ਜਵਾਬਦੇਹੀ ਹੈ, ਕੌਣ ਦੱਸੇਗਾ? 500 ਕਰੋੜ ਅਗਰ ਪਿਛਲੇ 5 ਸਾਲਾਂ ਚ ਨਹੀਂ ਗਿਆ, ਜਿੱਥੋਂ 4 ਸਾਲ ਕਾਂਗਰਸ ਦੇ ਨੇ, 1 ਸਾਲ ਆਮ ਆਦਮੀ ਪਾਰਟੀ ਦਾ, ਉਹਦੀ ਜਵਾਬਦੇਹੀ ਕਿਹਦੀ ਹੈ? ਜਿਹੜਾ ਚੌਥਾ ਗੰਭੀਰ ਮਸਲਾ, ਨਹੀਂ ਮੇਰੇ 4-5 ਮਸਲੇ ਮੇਰੇ ਲੈ ਲਓ, ਫਿਰ ਉਸ ਤੋਂ ਬਾਅਦ ਇੱਕ ਇੱਕ ਕਰਕੇ ਜਵਾਬ ਲੈਂਦਾ ਰਹੂੰਗਾ। ਚੌਥਾ ਮਸਲਾ ਜੀ, ਇਹ ਕਹਿੰਦੇ ਜੀ ਗਵਰਨਰ ਸਾਹਿਬ ਨੇ ਮੀਟਿੰਗ ਕਿਉਂ ਲਈ? ਹੁਣ ਅੱਜ ਭਗਵੰਤ ਮਾਨ ਸਾਹਿਬ ਦੱਸਣ ਕਿ ਜਿਹੜੀ ਨਾਰਥ ਜ਼ੋਨ ਕਾਉਂਸਲ ਦੀ ਜੈਪੁਰ ਦੇ ਵਿੱਚ ਮੀਟਿੰਗ ਹੋਈ ਹੈ, ਜਿੱਥੇ ਹਰਪਾਲ ਚੀਮਾ ਮੁੱਖ ਮੰਤਰੀ ਦੇ ਨੁਮਾਇੰਦੇ ਦੇ ਤੌਰ ਤੇ ਗਏ, ਅਰਵਿੰਦ ਕੇਜਰੀਵਾਲ ਉੱਥੇ ਸੀ, ਪ੍ਰਧਾਨ ਮੰਤਰੀ ਉੱਥੇ ਸੀ, ਉੱਥੇ ਫੈਸਲਾ ਹੋਇਆ ਕਿ ਚੰਡੀਗੜ੍ਹ ਸਮੇਤ ਸਾਰੇ ਮਸਲੇ ਮੁੜ ਤੋਂ ਵਿਚਾਰੇ ਜਾਣ, ਜਿਹਦੀ ਚੇਅਰ ਗਵਰਨਰ ਕਰਨਗੇ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਉੱਥੇ ਆਉਣਗੇ। ਤਾਂ ਉੱਥੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਆਬਜੈਕਟ ਕੀਤਾ ਕਿ ਰੀਆਰਗੇਨਾਈਜੇਸ਼ਨ ਐਕਟ ਇਹ ਚੀਜ਼ਾਂ ਡਿਸਾਈਡ ਕਰ ਚੁੱਕੀ ਹੈ, ਚੰਡੀਗੜ੍ਹ ਪੰਜਾਬ ਦਾ, ਉੱਥੇ ਕਿਉਂ ਜਵਾਬ ਲੈ ਲਓ। ਔਰ ਚੌਥਾ ਮਸਲਾ ਲਾਸਟ ਬਹੁਤ ਸਾਰੇ ਪੁਆਇੰਟ ਇਕੱਠੇ ਹੋ ਗਏ, ਮੈਨੂੰ ਲੱਗਦਾ ਸਕਿਪ ਹੋ ਜਾਣਗੇ। ਠੀਕ ਹੈ, ਇੱਕ ਜਿਹੜਾ ਹੈਲੀਕਾਪਟਰ ਵਾਲਾ ਮਸਲਾ, ਦੇਖੋ ਗਵਰਨਰ ਸਾਹਿਬ ਨੇ ਤਾਂ ਕਲੀਅਰ ਕਰਤਾ ਕਿ ਮੈਂ 4 ਵਾਰੀ ਗਿਆ, ਸਰਕਾਰੀ ਕੰਮ ਗਿਆ, ਹੁਣ ਨਹੀਂ ਜਾਊਂਗਾ। ਜਿਹੜਾ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਸਾਡਾ ਹੈਲੀਕਾਪਟਰ ਸਾਰੇ ਮੁਲਕ 'ਚ ਘੁੰਮ ਰਿਹਾ, ਉਹ ਖਾਤਾ ਪੰਜਾਬ ਸਰਕਾਰ ਦੇ ਖਰਚੇ 'ਚ ਪੈਸੇ ਪੈ ਰਹੇ ਨੇ, ਉਹਦੀ ਜਵਾਬਦੇਹੀ ਕਿਹਦੀ ਹੈ? ਕੇਜਰੀਵਾਲ ਦੀ ਸਿਕਿਉਰਿਟੀ ਜਵਾਬਦੇਹੀ ਕਿਹਦੀ ਹੈ? ਅੱਜ ਸਾਰਾ ਪੰਜਾਬ ਨੂੰ ਉਰੇ ਬਹਿ ਕੇ ਦੱਸੋ ਔਰ ਇਕੱਠੇ ਰਿਐਕਟ ਕਰਿਓ। ਥੋੜੇ ਟਾਈਮ ਦਿਓ, ਇੱਕ ਵਾਰੀ ਖੜਿਆਲ ਸਾਹਿਬ ਦਾ ਰੁਕ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਉਹਨਾਂ ਦਾ ਫਸਟ ਰਿਐਕਸ਼ਨ ਨਹੀਂ ਆ ਪਾਇਆ ਹੁਣ ਤੱਕ। ਖੜਿਆਲ ਸਾਹਿਬ, ਕਾਂਗਰਸ ਇਸ ਨੂੰ ਕਿਸ ਦੇ ਉੱਤੇ ਦੇਖਦੀ ਹੈ ਕਿ ਲਾਈਨ ਕ੍ਰਾਸ ਕਰ ਰਹੇ ਨੇ? ਕਿਉਂਕਿ ਆਮ ਆਦਮੀ ਪਾਰਟੀ ਦੇ ਉੱਤੇ ਹਮਲਾਵਰ ਅਕਾਲੀ ਦਲ ਵੀ, ਤੁਸੀਂ ਵੀ ਲਾਜ਼ਮੀ ਤੌਰ ਤੇ ਹੋਵੋਗੇ, ਪਰ ਪੁਆਇੰਟ ਇਹ ਹੈ ਕਿ ਵਾਕਈ ਹੀ ਗਵਰਨਰ ਦੀ ਚੇਅਰ ਦਾ ਇਸਤੇਮਾਲ ਬੀਜੇਪੀ ਨਹੀਂ ਕਰ ਰਹੀ, ਜੋ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਕਿ ਗਵਰਨਰ ਦੇ ਜ਼ਰੀਏ ਪੰਜਾਬ ਸਰਕਾਰ ਦੇ ਕੰਮਾਂ 'ਚ ਦਖਲਅੰਦਾਜ਼ੀ ਹੋ ਰਹੀ ਹੈ। ਗੌਰਵ ਜੀ ਧੰਨਵਾਦ ਸਵਾਲ ਲਈ। ਪਹਿਲਾਂ ਤਾਂ ਇੱਕ ਗੱਲ ਸਮਝ ਲਈਏ ਗੌਰਵ ਜੀ ਕਿ ਸਰਕਾਰ ਤੇ ਰਾਜਪਾਲ ਦੇ ਵਿੱਚ ਜਿਹੜੀ ਇਹ ਟਸਲ ਚੱਲ ਰਹੀ ਹੈ, ਇਹਦੇ ਕਰਕੇ ਨੁਕਸਾਨ ਕਿਹਦਾ ਹੋ ਰਿਹਾ, ਸਫਰ ਕੌਣ ਕਰ ਰਿਹਾ ਹੈ? ਉਹ ਹੈ ਪੰਜਾਬ ਤੇ ਪੰਜਾਬ ਦੇ ਲੋਕ। ਤੁਸੀਂ ਗੱਲ ਦੇਖੋ, ਇਹ ਜਦੋਂ ਵਾਰ-ਵਾਰ ਸਟੇਟਮੈਂਟ ਵਾਰ ਚੱਲਦੀ ਰਹਿੰਦੀ ਹੈ ਤੇ ਜਿਹੜੀ ਪੋਲੀਟੀਕਲ ਸਪੇਸ ਹੈ ਸਾਰੀ, ਉਹ ਆ ਚੀਜ਼ ਲੈ ਜਾਂਦੀ ਹੈ। ਚਾਹੇ ਉਹ ਡਿਬੇਟ ਹੋਵੇ, ਆਪਾਂ ਡਿਬੇਟ ਨਾ ਤਾਂ ਲਾਅ ਐਂਡ ਆਰਡਰ ਤੇ ਕਰ ਰਹੇ ਹਾਂ, ਨਾ ਨਸ਼ੇ ਦੇ ਮੁੱਦੇ ਤੇ ਕਰ ਰਹੇ ਹਾਂ, ਨਾ ਆਰਡੀਐਫ ਤੇ ਕਰ ਰਹੇ ਹਾਂ, ਨਾ ਕੋਈ ਹੋਰ ਇੰਪੋਰਟੈਂਟ ਏਜੰਡਾ ਤੇ ਕਰ ਰਹੇ ਹਾਂ। ਆਪਾਂ ਕਰ ਰਹੇ ਹਾਂ ਪਰਸਨਲ ਰਿਮਾਰਕ ਤੇ, ਕੀ ਪਰਸਨਲ ਗੱਲਾਂ ਕਹੀਆਂ ਸਰਕਾਰ ਦੁਆਰਾ ਅਤੇ ਗਵਰਨਰ ਸਾਹਿਬ ਦੁਆਰਾ। ਦੂਜੀ ਗੱਲ, ਇਹ 'ਚ ਪੰਜਾਬ ਦੇ ਲੋਕਾਂ ਦਾ ਟਾਈਮ ਖਰਾਬ ਹੋ ਰਿਹਾ ਹੈ। ਇਹ ਦੋਵੇਂ ਜਿਹੜੇ ਪੋਜੀਸ਼ਨ ਹੋਲਡਰਸ ਨੇ, ਸੀਐਮ ਸਾਹਿਬ ਤੇ ਗਵਰਨਰ ਸਾਹਿਬ, ਇਹ ਉਹ ਪੋਜੀਸ਼ਨ ਤੇ ਬੈਠੇ ਜਿੱਥੇ ਇਹਨਾਂ ਨੇ ਵੈਲਫੇਅਰ ਕਰਨਾ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ, ਉਹ ਟਾਈਮ ਸਾਰਾ ਇਸ ਜਾ ਰਿਹਾ। ਤੀਜਾ, ਜਦੋਂ ਇਹ ਕੋਰਟ ਚਲੀ ਜਾਂਦੀ ਨਾ, ਇਹ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵਾਰ-ਵਾਰ ਸੀਨਾ ਠੋਕ ਕੇ ਕਹਿ ਰਹੀ ਹੈ ਅਸੀਂ ਕੋਰਟ ਚੋਂ ਆ ਲੈ ਕੇ ਆਏ, ਕੋਰਟ ਜਾਂਦੀ ਪੈਸਾ ਕਿਹਦਾ ਖਰਚਿਆ? ਪੰਜਾਬ ਦੇ ਟੈਕਸਪੇਅਰ ਦਾ ਪੈਸਾ ਖਰਚਿਆ ਗਿਆ। ਪੰਜਾਬ, ਅੱਛਾ ਸਿਰਫ ਸਰਕਾਰ ਦੁਆਰਾ ਨਹੀਂ, ਮੈਂ ਜੈਬਨ ਸਾਹਿਬ ਨੂੰ ਵੀ ਪੁੱਛੂੰਗਾ ਕਿ ਗਵਰਨਰ ਸਾਹਿਬ ਵੱਲੋਂ ਜਿਹੜੀ ਰਿਪਰੈਜ਼ੈਂਟੇਸ਼ਨ ਗਈ ਸੁਪਰੀਮ ਕੋਰਟ ਦੇ ਵਿੱਚ, ਉਹਦੇ ਪੈਸਾ ਕਿਹਦਾ ਖਰਚਿਆ ਗਿਆ? ਅਗਲੀ ਚੀਜ਼ ਤੁਸੀਂ ਗੌਰਵ ਜੀ ਦੇਖੋ, ਉਹ ਕਹਿੰਦੇ ਕਸੂਰਵਾਰ ਰਾਜਪਾਲ ਨੇ ਕਿ ਜੇ ਨਾ ਆਬਜੈਕਸ਼ਨ ਲਗਾਉਂਦੇ, ਨਾ ਅਸੀਂ ਸੁਪਰੀਮ ਕੋਰਟ ਜਾਂਦੇ, ਇਹ ਸਰਕਾਰ ਦੇ ਨੁਮਾਇੰਦੇ ਬੈਠੇ ਨੇ, ਉਹਨਾਂ ਦਾ ਤਰਕ ਇਹ ਹੈ ਕਿ ਜਿਹੜਾ ਵਕੀਲਾਂ ਦਾ ਖਰਚਾ ਹੋਇਆ ਉਹਦਾ ਟੈਕਸ ਦੇ ਪੈਸਿਆਂ ਦਾ ਹੀ ਜਾਣਾ ਸੀ। ਹੁਣ ਮੈਂ ਉਹਦਾ ਵੀ ਜਵਾਬ ਦਿੰਦਾ। ਆਨਰੇਬਲ ਸੁਪਰੀਮ ਕੋਰਟ ਜਾਏ ਤੇ ਸੁਪਰੀਮ ਕੋਰਟ 'ਚ ਹੋਇਆ ਕੀ? ਸੁਪਰੀਮ ਕੋਰਟ ਨੇ ਕਿਹਾ ਕਿ ਡਿਊਟੀ ਬਾਉਂਡ ਹੋ, ਤੁਸੀਂ ਜਵਾਬ ਦੇਣ ਲਈ ਜੇ ਗਵਰਨਰ ਸਾਹਿਬ ਸਵਾਲ ਪੁੱਛਣਗੇ ਤੇ ਜਵਾਬ ਦੇਣਾ ਹੀ ਪਊਗਾ। ਡਿਊਟੀ ਬਾਉਂਡ ਸ਼ਬਦ ਵਰਤਿਆ ਗਿਆ ਹੈ। ਦੂਜੀ ਗੱਲ, ਤੁਸੀਂ ਦੇਖੋ, ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਜਿਹੜੇ ਸ਼ਬਦ ਤੁਸੀਂ ਵਰਤੇ, ਟਵੀਟ ਕੀਤੇ, ਲੈਟਰਸ ਲਿਖੇ, ਸਰਕਾਰ ਨੂੰ ਕਿਹਾ ਉਹ ਅਨਕਨਸਟੀਟਿਊਸ਼ਨਲ ਤੇ ਡੈਰੋਗੇਟਰੀ ਹੈ। ਉਹਦੇ ਬਾਵਜੂਦ ਕਿਹੜੇ ਸ਼ਬਦਾਂ ਦਾ ਪ੍ਰਯੋਗ ਹੋਇਆ ਕੱਲ ਵਿਧਾਨ ਸਭਾ ਦੇ ਵਿੱਚ? ਇਹ ਪਹਿਲਾ ਸਟੇਟਮੈਂਟ, ਹਰੇਕ ਸੂਬੇ ਦੇ ਵਿੱਚ ਬੀਜੇਪੀ ਨੇ, ਸੈਂਟਰ ਦੀ ਸਰਕਾਰ ਨੇ ਇੱਕ ਬੰਦਾ ਬਿਠਾ ਰੱਖਿਆ ਹੈ। ਦੂਜਾ ਬਿਆਨ, ਵੇਲਾ ਬੈਠਾ ਹੈ ਤੇ ਮੈਨੂੰ ਲਵ ਲੈਟਰਸ ਭੇਜੇ ਜਾ ਰਹੇ ਆ ਵਾਰ-ਵਾਰ। ਤੀਜਾ, ਜੇ ਕੋਈ ਪੰਗਾ ਗਵਰਨਰ ਸਾਹਿਬ ਨਾ ਲੈਣ, ਗਵਰਨਰ ਸਾਹਿਬ ਤਾਂ ਨਹੀਂ ਕਿਹਾ, ਤਾਂ ਮੇਰੇ ਮੂੰਹ ਚੋਂ ਨਿਕਲ ਗਿਆ ਗਵਰਨਰ ਸਾਹਿਬ, ਮੈਂ ਰਿਪੀਟ ਕੋਰਟ ਟੂ ਕੋਰਟ ਕਰਦਾ ਹਾਂ, ਜੇ ਕੋਈ ਪੰਗਾ ਨਾ ਲਵੇ ਤੇ ਫਿਰ ਸੈਂਟਰ ਤੋਂ ਫੋਨ ਆਉਂਦਾ ਹੈ ਵੀ ਚੀਫ ਮਿਨਿਸਟਰ ਦੇ ਨਾਲ ਕੋਈ ਪੰਗਾ ਕਿਉਂ ਨਹੀਂ ਲੈ ਰਹੇ ਨਾਨ ਬੀਜੇਪੀ ਰੂਲ ਸਟੇਟ ਦੇ ਵਿੱਚ। ਚੌਥਾ ਬਿਆਨ, ਕਹਿੰਦੇ ਰਾਜ ਭਵਨ ਹੈਡ ਆਫਿਸ ਹੈ ਬੀਜੇਪੀ ਦਾ। ਹੁਣ ਤੁਸੀਂ ਦੇਖੋ ਗੌਰਵ ਜੀ, ਇਹ 4-5 ਬਿਆਨ, ਉਹ ਤੋਂ ਪਹਿਲਾਂ ਰਾਮਲੀਲਾ ਮੈਦਾਨ ਦੇ ਵਿੱਚ ਕੀ ਕਿਹਾ ਗਿਆ ਸੀਗਾ? ਮੁਝੇ ਕਹਾ, ਉਸਨੇ ਕਹਾ ਕਿ ਮੈਂ ਮੇਰੀ ਸਰਕਾਰ ਨਹੀਂ कहूंगा। ਹੁਣ ਇੱਕ ਪਾਸੇ ਗੌਰਵ ਜੀ ਚੀਫ ਮਿਨਿਸਟਰ ਨੇ,
ਜੋ ਸਾਡੇ ਹੈਡ ਆਫ ਦ ਸਟੇਟ ਨੇ ਪੂਰੇ ਪੰਜਾਬ ਨੂੰ 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ, ਸਾਡੀ ਸਭਿਅਤਾ, ਸਾਡੀ ਮਾਨ ਮਰਿਆਦਾ, ਤੇ ਉਹ ਤੋਂ ਬਾਅਦ ਇਹ ਜੇ ਬਿਆਨ ਦੇਣੇ ਉਹ ਪੰਜਾਬ ਦੀ ਕਿਹੜੀ ਛਵੀ ਰਿਫਲੈਕਟ ਕਰ ਰਿਹਾ ਜੀ। ਤੇ ਦੇਣਾ ਵੀ ਇੱਕ ਮਿੰਟ ਕਰਨ ਲਈ ਬਹੁਤ ਜ਼ਰੂਰੀ ਪੁਆਇੰਟ ਹੈ, ਤੇ ਦਿੱਤਾ ਵੀ ਕਿਹਦੇ ਲਈ? ਉਹ ਵਿਅਕਤੀ ਲਈ ਜੋ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਹੈ। ਮੈਂ ਇੱਕ ਗੱਲ ਕਹੂੰਗਾ ਗੌਰਵ ਜੀ, ਸਭ ਕੁਝ ਮੱਦੇਨਜ਼ਰ ਰੱਖਦੇ ਹੋਏ, ਸੁਪਰੀਮ ਕੋਰਟ ਨੇ ਜੋ ਕਿਹਾ ਤੇ ਜੋ ਇਹਨਾਂ ਨੇ ਬਿਆਨਾਤ ਦਿੱਤੇ, ਇਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਅੰਡਰਮਾਈਨ ਕਰਤਾ, ਇਹਨਾਂ ਨੇ ਸੰਵਿਧਾਨ ਨੂੰ ਵੀ ਅੰਡਰਮਾਈਨ ਕਰਤਾ, ਆਰਟੀਕਲ 167B ਨੂੰ ਜੋ ਕਹਿੰਦਾ ਡਿਊਟੀ ਬਾਉਂਡ ਹੋ ਜਵਾਬ ਦੇਣ ਲਈ, ਤੇ ਤੀਜਾ ਇਹਨਾਂ ਨੇ ਗਵਰਨਰ ਸਾਹਿਬ ਨੂੰ ਵੀ ਅੰਡਰਮਾਈਨ ਕੀਤਾ। ਤੁਹਾਨੂੰ ਯਾਦ ਹੋਊਗਾ ਗਵਰਨਰ ਸਾਹਿਬ ਨੇ 10 ਖਤ ਲਿਖੇ ਇਹਨਾਂ ਨੂੰ। ਗਵਰਨਰ ਸਾਹਿਬ ਨੇ ਪੁੱਛਿਆ ਏਜੰਡਾ ਕੀ ਹੋਣ ਜਾ ਰਿਹਾ, ਸਿਰਫ ਅੱਧਾ ਘੰਟਾ ਪਹਿਲਾਂ ਏਜੰਡਾ ਦੱਸਿਆ ਵੀ ਬੰਦਾ ਤਿਆਰੀ ਕਿਵੇਂ ਕਰਕੇ ਆਊਗਾ, ਨਾਲੇ ਤੁਹਾਨੂੰ ਪਤਾ ਵੀ ਤੁਹਾਨੂੰ ਜਵਾਬ ਦੇਣਾ ਹੀ ਪੈਣਾ। ਜ਼ਰੂਰੀ ਚੀਜ਼ ਦੇਖੋ, ਕਹਿੰਦੇ ਹੈਲੀਕਾਪਟਰ ਕਿਉਂ ਵਰਤ ਰਹੇ ਹੋ? ਗੌਰਵ ਜੀ, ਗਵਰਨਰ ਸਾਹਿਬ ਨੇ ਚੌਪਰ ਕੋਈ ਪਰਸਨਲ ਕੰਮ ਲਈ ਤਾਂ ਵਰਤਿਆ ਨਹੀਂ, ਕੋਈ ਮਮਤਾ ਬੈਨਰਜੀ ਨੂੰ ਮਿਲਣ ਲਈ ਤਾਂ ਵਰਤਿਆ ਨਹੀਂ, ਠਾਕਰੇ ਸਾਹਿਬ ਨੂੰ ਮਿਲਣ ਲਈ ਤਾਂ ਵਰਤਿਆ ਨਹੀਂ, ਸ਼ਰਦ ਪਵਾਰ ਸਾਹਿਬ ਨੂੰ ਮਿਲਣ ਲਈ ਤਾਂ ਵਰਤਿਆ ਨਹੀਂ। ਜਵਾਬ ਲੈ ਲਈਏ ਸਰ, ਕੰਪਲੀਟ ਕਰ ਰਿਹਾ ਬਸ 10 ਸੈਕਿੰਡ ਹੋਰ। ਉਹਨਾਂ ਨੇ ਚੌਪਰ ਵਰਤਿਆ ਤਾਂ ਕਿ ਬਾਰਡਰ ਡਿਸਟ੍ਰਿਕਟ ਦੇ ਵਿੱਚ ਜਾ ਸਕਣ, ਨਸ਼ੇ ਦੇ ਨੱਥ ਪੈ ਸਕੇ। ਜਿਹੜਾ ਨਸ਼ਾ ਆ ਰਿਹਾ ਹੈ ਐਨਡੀਪੀਐਸ ਰਿਲੇਟਡ ਕ੍ਰਾਈਮ ਪੰਜਾਬ ਸਭ ਤੋਂ ਜ਼ਿਆਦਾ, 4 ਮਹੀਨਿਆਂ 'ਚ ਨਸ਼ਾ ਖਤਮ ਕਰ ਦਾਂਗੇ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ, ਉਹ ਵੱਧ ਗਿਆ। ਸੋ ਇਹ ਤਾਂ ਕੰਮ ਕਰ ਨਹੀਂ ਰਹੇ। ਤੇ ਗਵਰਨਰ ਸਾਹਿਬ 4 ਦਫਾ ਜਾਏ ਤੇ ਇਹਨਾਂ ਨੂੰ ਪ੍ਰੋਬਲਮ ਹੈ। ਮੈਂ ਤਾਂ ਇੱਕ ਗੱਲ ਕਹੂੰਗਾ, ਕਹਿੰਦੇ ਕੇਸ ਨਹੀਂ ਹੋ ਸਕਦਾ। ਠੀਕ ਹੈ, ਤੁਹਾਨੂੰ ਯਾਦ ਹੈ ਗੌਰਵ ਜੀ, ਥੋੜੇ ਟਾਈਮ ਪਹਿਲਾਂ ਨਾ, ਕੁਝ ਮਹੀਨਾ ਪਹਿਲਾਂ ਅਨਪਾਰਲੀਮੈਂਟਰੀ ਵਰਡਸ ਦੀ ਇੱਕ ਸੂਚੀ ਜਾਰੀ ਹੋਈ ਸੀ, ਇੱਕ ਲਿਸਟ ਜਾਰੀ ਹੋਈ ਸੀਗੀ ਵੀ ਆਹ ਸ਼ਬਦ ਅਨਪਾਰਲੀਮੈਂਟਰੀ ਹੈ। ਪਾਰਲੀਮੈਂਟ ਦੇ ਵਿੱਚ ਬੜਾ ਰੌਲਾ ਵੀ ਪਿਆ ਸੀਗਾ, ਤੇ ਇਹ ਜਿਹੜੇ ਸ਼ਬਦ ਵਰਤੇ ਗਏ ਆ ਇਹ ਅਨਪਾਰਲੀਮੈਂਟਰੀ ਨੇ, ਸਾਨੂੰ ਸ਼ੋਭਤੇ ਨਹੀਂ। ਤੇ ਮੈਨੂੰ ਇੱਕ ਗੱਲ ਦੀ ਹੈਰਾਨਗੀ ਹੋਈ, ਜਦੋਂ ਵਿਧਾਨ ਸਭਾ ਦੇ ਵਿੱਚ ਇਹ ਸ਼ਬਦ ਵਰਤੇ ਜਾ ਰਹੇ ਸੀਗੇ ਗੌਰਵ ਜੀ, ਕਿਸੇ ਨੇ ਕੋਈ ਆਬਜੈਕਸ਼ਨ ਨਹੀਂ ਕੀਤੀ, ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੇ ਕੋਈ ਇਤਰਾਜ਼ ਨਹੀਂ ਜਤਾਇਆ। ਇੰਨੀ ਅਨਫੋਰਚੂਨੇਟਲੀ ਪਵਿੱਤਰ ਧਰਤੀ ਹੈ ਵਿਧਾਨ ਸਭਾ। ਠੀਕ ਹੈ, ਚਲੋ ਜਵਾਬ ਲੈ ਲਈਏ ਸਰ। ਇੱਥੇ ਗੱਲ ਇਹ ਹੈ ਕਿ ਆਪੋਜੀਸ਼ਨ ਨਹੀਂ ਬੈਠੀ ਸੀ, ਆਪੋਜੀਸ਼ਨ ਨਹੀਂ ਬੈਠੀ ਸੀ, ਅਕਾਲੀ ਦਲ ਦੇ ਵਿਧਾਇਕ ਜਿੰਨੀ ਮੇਰੇ ਕੋਲ ਜਾਣਕਾਰੀ ਹੈ। ਉਹਦਾ ਜਵਾਬ ਨਹੀਂ, ਠੀਕ ਹੈ, ਉਹ ਸਾਰਿਆਂ ਨੂੰ ਪਤਾ ਹੈ। ਖੜਿਆਲ ਸਾਹਿਬ ਜਵਾਬ ਲੈ ਲਿਓ, ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਆਪਰੇਸ਼ਨ ਲੋਟਸ ਤੇ ATR ਮੰਗ ਰਹੇ ਸੀ, ਐਕਸ਼ਨ ਟੇਕਨ ਰਿਪੋਰਟ ਮੰਗ ਰਹੇ ਸੀ, ਬਾਈਕਾਟ ਕੀਤਾ ਸੀ, ਇਸ ਕਰਕੇ ਆਪਾਂ ਉਸ ਵਾਲੇ ਪਾਸੇ ਨਹੀਂ ਜਾਣਾ। ਅਲੂਵਾਲੀਆ ਜੀ ਜਵਾਬ ਦੇ ਦਿਓ ਸਰ, ਬਹੁਤ ਸਾਰੇ ਇਲਜ਼ਾਮਾਂ ਦੇ ਨਾਲ ਤੁਹਾਡੇ ਉੱਤੇ ਹੀ ਆ ਕੇ ਸੂਈ ਟਿਕ ਰਹੀ ਹੈ। ਨਹੀਂ, ਇਹ ਤਿੰਨੋਂ ਪਾਰਟੀਆਂ ਠੀਕ ਕਹਿ ਰਹੀਆਂ। ਇਹਨਾਂ ਨੂੰ ਤਕਲੀਫ ਸਿਰਫ ਸਰਦਾਰ ਭਗਵੰਤ ਸਿੰਘ ਮਾਨ ਤੋਂ ਹੈ, ਆਮ ਆਦਮੀ ਪਾਰਟੀ ਤੋਂ ਹੈ, ਜਿਸ ਕਰਕੇ ਤਿੰਨੋਂ ਇਕੱਠੇ ਹੋ ਜਾਂਦੇ ਮੌਕੇ ਆਉਣ ਤੇ। ਜਦ ਵਿਧਾਨ ਸਭਾ ਦੇ ਅੰਦਰ ਸੈਸ਼ਨ ਚੱਲਦਾ ਹੈ ਤਦ ਅਸੀਂ ਅੰਦਰ ਜਾਣਾ ਨਹੀਂ, ਤਦ ਅਸੀਂ ਬਾਈਕਾਟ ਕਰਨਾ। ਚੈਨਲਾਂ ਤੇ ਬੈਠ ਕੇ ਰੋਲਾ ਪਾਉਣਗੇ, ਦੇਖੋ ਜੀ ਇਹਨਾਂ ਨੇ ਇਹ ਕਰਤਾ ਉਹ ਕਰਤਾ। ਉਹ ਭਾਈ ਚੁਣੀ ਹੋਈ ਸਰਕਾਰ ਹੈ, ਤੁਸੀਂ ਚੁਣੀ ਹੋਈ ਸਰਕਾਰ ਨਾਲ ਖੜੇ ਹੋ ਕਿ ਇੱਕ ਨੋਮੀਨੇਟਿਡ ਗਵਰਨਰ ਨਾਲ ਖੜੇ ਹੋ? ਨਹੀਂ, ਤੁਹਾਡੇ ਇੱਕ ਤਾਂ ਬੀਜੇਪੀ ਵਾਲੇ ਵਿਰੋਧੀ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਇਲਜ਼ਾਮ ਲਗਾਉਂਦੇ ਹੋ, ਉਧਰ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਲੱਗਦਾ ਕਿ ਰਾਜਪਾਲ ਦੇ ਲਈ ਜੋ ਇਸਤੇਮਾਲ ਸ਼ਬਦਾਂ ਦਾ ਕੀਤਾ ਜਾ ਰਿਹਾ ਉਹ ਨਹੀਂ ਠੀਕ ਹੈ, ਉਹ ਡੈਰੋਗੇਟਰੀ ਵਰਡਸ ਨੇ। ਨਹੀਂ, ਏਦਾਂ ਹੈ ਕਿ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਰਾਮਲੀਲਾ ਗਰਾਊਂਡ ਤੋਂ ਗੱਲ ਦੱਸੀ। ਦੇਖੋ, ਅਸਲੀਅਤ ਤਾਂ ਦੱਸਣੀ ਪਊਗੀ। ਅਸਲੀਅਤ ਕੌਣ ਦੱਸੇਗਾ? ਅਸਲੀਅਤ ਉਹ ਦੱਸਣਗੇ ਜਿਹੜੇ ਸਰਕਾਰ 'ਚ ਬੈਠੇ ਨੇ, ਜਿਨ੍ਹਾਂ ਨਾਲ ਧੱਕਾ ਹੋ ਰਿਹਾ ਉਹ ਦੱਸਣਗੇ, ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ। ਡੈਮੋਕ੍ਰੇਸੀ ਦੇ ਅੰਦਰ ਚੁਣਿਆ ਗਿਆ, ਕੋਈ ਅਸੀਂ ਨੋਮੀਨੇਟਡ ਨਹੀਂ ਹੈ, ਚੁਣੀ ਹੋਈ ਸਰਕਾਰ ਹੈ। ਚੁਣੀ ਹੋਈ ਸਰਕਾਰ ਨੂੰ ਜੇ ਗਵਰਨਰ ਤੰਗ ਕਰੂਗਾ ਤੇ ਅਸੀਂ ਲੋਕਾਂ ਨੂੰ ਦੱਸਾਂਗੇ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹੀ ਕਿਹਾ, ਔਰ ਆਪਣੇ ਆਪ ਉਹ ਮੰਨਦੇ ਪਏ ਨੇ। ਗਵਰਨਰ ਸਾਹਿਬ ਆਪਣੇ ਆਪ ਮੰਨਦੇ ਪਏ ਨੇ। ਦੂਜਾ ਪੁਆਇੰਟ ਦੱਸ ਦਿਓ, ਤੁਸੀਂ ਕਿੱਥੇ ਤੰਗ ਕੀਤਾ ਦਖਲਅੰਦਾਜ਼ੀ? ਇੱਕ ਤਾਂ ਤੁਸੀਂ ਦੱਸ ਦਿੱਤਾ ਸੈਸ਼ਨ ਵਾਲੀ ਗੱਲ। ਮੈਂ ਤੁਹਾਨੂੰ ਦੱਸਦਾ ਕਿ ਜਗ੍ਹਾ ਜਗ੍ਹਾ ਤੇ ਬਾਰਡਰ ਤੇ ਜਾਂਦੇ ਨੇ, ਕਹਿੰਦੇ ਮੈਂ ਦੇਖੂੰਗਾ ਕੈਸੇ ਕਿਆ ਕਰਨਾ ਹੈ। ਉਹ ਭਾਈ ਅਸੀਂ ਕਹੀ ਜਾਂਦੇ ਸਾਡਾ RDF ਦਾ NHM ਦਾ ਪੈਸਾ ਨਹੀਂ ਹੈ ਨਾ, ਡਰੱਗ ਸਾਰੇ ਗੁਜਰਾਤ ਤੋਂ ਆ ਰਹੇ ਨੇ, ਪੋਰਟ ਤੋਂ। ਤੁਹਾਡੀ ਸੈਂਟਰ 'ਚ ਸਰਕਾਰ ਹੈ, ਇੱਕ ਤਰ੍ਹਾਂ ਦੇ ਰਿਪਰੈਜ਼ੈਂਟੇਟਿਵ ਨੇ ਨਾ ਭਾਰਤੀ ਜਨਤਾ ਪਾਰਟੀ ਦੇ। ਉਹ ਕਹਿੰਦੇ ਮੈਂ ਸਭ ਕੁਝ ਕਰੀ ਬੈਠਾ ਤੇ ਇੱਕ ਚਿੱਠੀ ਲਿਖ ਕੇ RDF ਬਾਰੇ ਨਹੀਂ ਕਹਿ ਸਕਦੇ, ਇਹ ਪਹੁੰਚ ਨਹੀਂ ਸਕਦੇ ਵੀ RDF ਦਾ ਪੈਸਾ ਛੱਡ ਦਿਓ। ਇਹ ਵੀ ਕਹਿ ਰਹੇ ਨੇ, ਕਹਿੰਦੇ ਤੁਸੀਂ ਸਰਕਾਰ ਨੇ ਲਿਖ ਕੇ ਨਹੀਂ ਭੇਜਿਆ, ਕਹਿੰਦੇ ਮੁੱਖ ਸਕੱਤਰ ਨੂੰ ਪੁੱਛੋ, ਨਹੀਂ ਲਿਖ ਕੇ ਭੇਜਿਆ, ਜੇ ਭੇਜਿਆ ਤਾਂ ਅਸੀਂ ਭੇਜ ਦੇਣਾ ਸੀ, ਕਹਿੰਦੇ ਮੈਂ ਭੇਜ ਦੇਣਾ। ਭਰਾ ਨੇ ਬੜਾ ਵਧੀਆ ਪੁਆਇੰਟ ਚੱਕਿਆ ਸੀ, ਉਹਦੇ ਉੱਤੇ ਵੀ ਤੁਹਾਨੂੰ ਮਾਨ ਸਾਹਿਬ ਕਲੀਅਰ ਕਰ ਦੇਣਗੇ। ਦੂਜੀ ਗੱਲ, ਗਵਰਨਰ ਹੋਵੇ ਪੰਜਾਬ ਦਾ ਤੇ ਗੱਲ करे कि हरियाणा की यूनिवर्सिटी के साथ इसको एफिलिएशन दे देते हैं, पैसे भेज देते हैं हम। ओ भाई तू पंजाब दा गवर्नर है, तू प्रेस कॉन्फ्रेंस हरियाणे ਲਈ ਕਰੀ ਜਾਂਦਾ, ਤੂੰ ਕੀ ਪੁਆਇੰਟ ਰੱਖੇਗਾ ਪੰਜਾਬ ਦੇ ਜਿਹੜਾ ਤੇ ਕਹਿੰਦਾ ਹੈ ਥੋੜੀ ਦੇਰ ਬਾਅਦ ਪੁਆਇੰਟ ਚੁੱਕ ਦਿੰਦੇ ਆ ਕਿ ਵੀ ਜਿਹੜੀ ਵੀ ਚੀਜ਼ ਕਰਨੀ ਹੈ। ਸੁਣ ਲਓ ਜਿਹੜੀ ਚੀਜ਼ਾਂ ਬਾਰ-ਬਾਰ ਕਹਿੰਦੇ ਹੁੰਦੇ ਹੈ ਕਿ ਹਰਿਆਣੇ ਲਈ ਕੋਈ ਯੂਨੀਵਰਸਿਟੀ ਐਫੀਲੀਏਸ਼ਨ ਦੇ ਦਿੱਤੀ। ਤੁਸੀਂ ਹੁਣ ਵੀ ਗਵਰਨਰ ਨੂੰ ਲੈ ਕੇ ਤੂੰ ਕਹਿ ਦਿੱਤਾ, ਦੇਖੋ ਤੁਹਾਡੇ ਵਿਰੋਧੀਆਂ ਨੂੰ ਬਹੁਤ ਇਤਰਾਜ਼ ਹੈ ਇਸ ਦੇ ਉੱਪਰ। ਦੇਖੋ ਮੈਂ ਤੁਹਾਨੂੰ ਬੜੀ ਇਹਨਾਂ ਨੂੰ ਤਾਂ ਪ੍ਰੋਬਲਮ ਰਹਿਣੀ। ਤੁਸੀਂ ਪਤਾ ਕੀ ਹੈ, ਤੁਸੀਂ ਆਪਣੀ ਜਗ੍ਹਾ ਸੱਚੇ ਹੋ, ਤੁਸੀਂ ਆਪਣੀ ਜਗ੍ਹਾ ਸੱਚੇ ਹੋ, ਤੁਸੀਂ ਤਿੰਨੋਂ ਜਿਹੜੇ ਹੈਗੇ ਹੋ। ਅਲੂਵਾਲੀਆ ਜੀ ਇੱਥੇ ਪ੍ਰੋਬਲਮ ਉਹਨਾਂ ਨੂੰ ਜ਼ਿਆਦਾ ਹੈ, ਕਹਿੰਦੇ ਦੇਖੋ ਆਮ ਤੌਰ ਤੇ ਆਪਾਂ ਜੇ ਗਵਰਨਰ ਸਾਹਿਬ ਦਾ ਜ਼ਿਕਰ ਕਰਨਾ ਹੋਵੇ ਤਾਂ ਮਾਨਯੋਗ ਸ਼ਬਦ ਦਾ ਵੀ ਇਸਤੇਮਾਲ ਨਾਲ ਕਰਦੇ ਹਾਂ ਕਿ ਮਾਨਯੋਗ
ਗਵਰਨਰ ਸਾਹਿਬ ਨੇ ਮੈਂ ਕੋਈ ਐਦਾਂ ਗਵਰਨਰ ਦੀ ਡਿਗਨਿਟੀ ਜਾਂ ਉਹਨਾਂ ਦੀ ਕੁਰਸੀ ਨੂੰ ਸਾਡੀ ਕੋਈ ਅਗਰ ਕੋਈ ਇਹੋ ਜਿਹੀ ਗੱਲ ਕਹੀ ਗਈ ਹੈ, ਮੈਂ ਉਹਦੀ ਮਾਫੀ ਮੰਗਦਾ, ਮੈਂ ਕੋਈ ਇੰਟੈਂਸ਼ਨਲ ਨਹੀਂ ਕਹਿੰਦਾ, ਪਰ ਮੈਂ ਇੱਕ ਗੱਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ। ਚੈਨਲ ਦੇ ਉੱਤੇ ਬੈਠ ਕੇ ਕੋਈ ਬੰਦਾ ਇਹਨਾਂ ਨੇ ਸਾਡੇ ਸੋਸ਼ਲ ਸਟਰਕਚਰ ਦਾ ਸੱਤਿਆਨਾਸ਼ ਕਰ ਦਿੱਤਾ ਆਮ ਆਦਮੀ ਪਾਰਟੀ ਨੇ। ਤੁਹਾਨੂੰ ਦੱਸ ਦਿੰਦੇ ਆ, ਤੁਸੀਂ ਕਾਹਨੂੰ ਇੰਨਾ ਹੋ ਰਹੇ ਹੋ? ਜਦ ਗੱਲ ਚੱਲ ਰਹੀ ਹੋਏ ਨਾ ਕਿਸੇ ਵੀ ਮੁੱਦੇ ਦੀ, ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਬੀਜੇਪੀ ਨੂੰ ਮਾਸਟਰੀ ਹੈਗੀ ਉਹਦੀ। ਹੁਣ ਅਸੀਂ ਤੁਹਾਨੂੰ ਇੱਕ ਸਵਾਲ ਪੁੱਛਦੇ, ਉਹ ਤੇ ਤੁਸੀਂ ਕਰਦੇ ਹੋ, ਮੈਂ ਤੇ ਕਦੀ ਬੋਲਦਾ ਹੀ ਨਹੀਂ ਵਿੱਚ। ਮੈਂ ਬੋਲਦਾ ਪਿਆ, ਬਾਬਾ ਫਰੀਦ ਯੂਨੀਵਰਸਿਟੀ ਦੇ ਅੰਦਰ ਵਾਈਸ ਚਾਂਸਲਰ ਦਾ ਨਾਮ ਹੋ ਗਿਆ, ਵਾਈਸ ਚਾਂਸਲਰ ਹੋ ਗਿਆ, ਉਸ ਤੋਂ ਕਿਹਾ ਨਹੀਂ ਜੀ ਇਹ ਗਲਤ ਤਰੀਕੇ ਨਾਲ ਕੀਤਾ ਗਿਆ। ਉਹ ਗਲਤ ਤਰੀਕੇ ਨਾਲ ਕਿਵੇਂ ਕੀਤਾ ਗਿਆ? ਉਸ ਬੰਦੇ ਬਾਰੇ ਉਹਦੀ ਡਿਟੇਲ ਤਾਂ ਦੇਖ ਲਓ, ਕਿਵੇਂ ਉਦੋਂ ਪ੍ਰੋਸੈਸ ਕੀਤਾ। ਇਹ ਇਹਨਾਂ ਦੇ ਹਿਸਾਬ ਨਾਲ ਅਸੀਂ ਜਿਹੜਾ ਵੀ ਕਾਗਜ਼ ਉਹਨਾਂ ਨੂੰ ਭੇਜਦੇ ਆ ਉਹ ਡਾਇਰੈਕਟਲੀ ਲਿਖਿਆ ਜਾਂਦਾ। ਇੱਕ ਜਵਾਬ ਲਵੋ ਪੀਟੀਯੂ ਵਾਲਾ, ਉਸ ਤੋਂ ਬਾਅਦ ਜਵਾਬ ਲਵਾਂਗਾ। ਜੈਬੰਸ਼ ਜੀ, ਜੈਬੰਸ਼ ਜੀ। ਹਾਂਜੀ, ਦੇਖੋ ਗੌਰਵ ਜੀ, ਸਾਡੇ ਵੱਲੋਂ ਮੈਂ ਤੇ ਇੱਕ ਓਪਨਿੰਗ ਸਟੇਟਮੈਂਟ ਕੱਢ ਦਿੱਤੀ ਸੀ, ਜਿਹੜੀ ਕਲੇਅਰ ਸਾਹਿਬ ਨੇ 5-7 ਪੁਆਇੰਟ ਇਹਨਾਂ ਨੂੰ ਪੁੱਛੇ ਨੇ, ਇਹਨਾਂ ਕੋ ਇੱਕ ਇੱਕ ਕਰਕੇ ਉਹਨਾਂ ਪੁਆਇੰਟ ਦਾ ਜਵਾਬ ਦੇਣ। ਮੈਂ ਆਪਣਾ ਸਾਰਾ ਟਾਈਮ ਇਹਨਾਂ ਨੂੰ ਦੇ ਦੇਣਾ, ਕਲੇਅਰ ਸਾਹਿਬ ਨੂੰ ਦੇ ਦੇਣਾ, ਇਹਨਾਂ ਨੂੰ ਕੋ ਇੱਕ ਇੱਕ ਕਰਕੇ ਉਸ ਪੁਆਇੰਟ ਦਾ ਜਵਾਬ ਦੇਣ, ਕਿਉਂਕਿ ਇਹ ਜਿਹੜੀ ਇਹਨਾਂ ਨੇ ਇੱਕ ਲੰਬੀ ਤੂੰ ਕਹਿ ਕੇ ਤੇ ਇਹ ਕਹਿ ਕੇ ਜਿਹੜੀ ਇਹਨਾਂ ਨੇ ਇੱਕ ਲੰਬੀ ਜੀ ਇੱਕ ਸਪੀਚ ਦੇਤੀ ਹੈ ਨਾ, ਇਲੈਕਸ਼ਨ ਸਪੀਚ, ਉਹਦੇ ਵਿੱਚੋਂ ਕਿਸੇ ਵੀ ਪੁਆਇੰਟ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ। ਇਹਨਾਂ ਨੂੰ ਕੋਈ ਜਵਾਬ ਦੇਣ। ਕਲੇਰ ਸਾਹਿਬ ਜਵਾਬ ਮਿਲਿਆ? ਮੈਂ ਫੇਰ ਦੁਬਾਰਾ ਆਪਣੇ ਆਰਡੀਐਫ ਵਾਲੇ ਦੇ ਉੱਤੇ ਜਵਾਬ ਤੁਹਾਨੂੰ ਮਿਲ ਗਿਆ? ਨਹੀਂ ਮਿਲੇ। ਮੈਂ ਫੇਰ ਦੁਬਾਰਾ ਕਲੀਅਰ ਕਰ ਦਿੰਦਾ। ਦੇਖੋ, ਮੈਂ ਇੱਕ ਗੱਲ ਤਾਂ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਇਦਾਂ ਬਿਹੇਵ ਕਰਨਾ ਬੰਦ ਕਰ ਦੇਣ। ਇੱਕ ਕਰਕੇ ਪੁੱਛੋ, ਇੱਕ ਇੱਕ ਕਰਕੇ ਜਵਾਬ ਲਓ। ਮੈਂ ਜਬਨ ਜੀ, ਮੈਂ ਦੇਖੋ ਆਮ ਆਦਮੀ ਪਾਰਟੀ ਵਾਲੇ ਵੀਰ ਨੂੰ ਪਹਿਲਾਂ ਇਹ ਗੱਲ ਕਹਿਣਾ ਕਿ ਆਮ ਆਦਮੀ ਪਾਰਟੀ ਇਦਾਂ ਕਿਉਂ ਬਿਹੇਵ ਕਰਦੀ ਹੈ ਕਿ ਪੰਜਾਬ ਜਿਹੜਾ ਇੱਕ ਟਾਪੂ ਹੈ ਤੇ ਆਮ ਆਦਮੀ ਪਾਰਟੀ ਨਹੀਂ ਲੱਭਿਆ। ਪਹਿਲਾਂ ਤਾਂ ਪੰਜਾਬ ਹੈ ਨਹੀਂ ਸੀ। ਪੰਜਾਬ ਦਾ ਹੈਲੀਕਾਪਟਰ ਲੈ ਕੇ ਦੇਸ਼ 'ਚ ਘੁੰਮੇ, ਕਿੰਨੇ ਸੀਐਮਾਂ ਨੂੰ ਮਿਲੇ ਜਿਹੜੇ ਕਿ ਬੀਜੇਪੀ ਦੇ ਮੁੱਖ ਮੰਤਰੀ ਨਹੀਂ ਹੈਗੇ, ਉਹਨਾਂ ਚੋਂ ਕਿੰਨੇ ਰੌਲਾ ਪਾਇਆ ਕਿ ਗਵਰਨਰ ਸਾਨੂੰ ਕੰਮ ਨਹੀਂ ਕਰਨ ਦੇ ਰਹੇ। ਇਹ ਦਿੱਲੀ ਦਾ ਮਾਡਲ ਹੈ। ਅਰਵਿੰਦ ਕੇਜਰੀਵਾਲ ਦਿੱਲੀ ਕਹਿੰਦਾ ਸੀ ਗਵਰਨਰ ਹਮੇ ਕੰਮ ਨਹੀਂ ਕਰਨੇ ਦੇਤਾ ਜੀ, ਉਹੀ ਭਗਵੰਤ ਮਾਨ ਸਾਹਿਬ ਉਰੇ ਕਹਿੰਦੇ ਨੇ ਨੰਬਰ 1। ਹੁਣ ਮੈਂ ਗੱਲ ਫੈਕਟਸ ਦੇ ਉੱਤੇ ਪੁੱਛ ਰਿਹਾ, ਮੈਂ ਫੈਕਟਸ ਦੇ ਉੱਤੇ ਪੁੱਛ ਰਿਹਾ। ਆਰਡੀਐਫ ਦਾ ਮਸਲਾ ਗਵਰਨਰ ਸਾਹਿਬ ਨੇ ਤੁਹਾਨੂੰ ਸਿੱਧੀ ਗੱਲ ਪੁੱਛੀ ਕਿ ਮੈਨੂੰ ਲਿਖਤੀ ਭੇਜਿਆ ਕਿ ਨਹੀਂ ਭੇਜਿਆ, ਹਾਂ ਜਾਂ ਨਾ। ਨੰਬਰ 1 ਪੁਆਇੰਟ ਨੋਟ ਕਰ ਲਓ। ਨੰਬਰ 2, ਪੰਜਾਬ ਇਸੇ ਦਾ ਜਵਾਬ ਦੇ ਦਿਓ ਪਹਿਲੇ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ 40 ਐਪਲੀਕੈਂਟ ਆਏ, ਕੋਈ ਇੰਟਰਵਿਊ ਕੰਡਕਟ ਹੋਈ ਕਿ ਨਹੀਂ ਹੋਈ? ਠੀਕ ਹੈ, ਜਵਾਬ ਲਓ। ਇਹ ਦੋ ਚੀਜ਼ਾਂ ਦਾ ਜਵਾਬ। ਠੀਕ ਹੈ, ਜਵਾਬ ਲਈਏ, ਜਵਾਬ ਲਈਏ। ਦੇਖੋ, ਸਭ ਤੋਂ ਪਹਿਲੀ ਜਵਾਬ ਲਓ ਦੋ ਚੀਜ਼ਾਂ ਦਾ। ਸਭ ਤੋਂ ਪਹਿਲੀ ਗੱਲ ਹੈ, ਦੇਖੋ ਤੁਸੀਂ ਬੜੇ ਵਧੀਆ ਹੋ, ਚੰਗੇ ਸਵਾਲ ਪੁੱਛ ਰਹੇ ਹੋ, ਇਹਦੇ ਨਾਲ ਪੰਜਾਬ ਦਾ ਭਲਾ ਹੋਊਗਾ, ਅਸੀਂ ਵੀ ਇਹ ਸਮਝਦੇ ਹਾਂ, ਗਵਰਨਰ ਸਾਹਿਬ ਵੀ ਸੁਣਦੇ ਹੋਣਗੇ। ਆਰਡੀਐਫ ਦਾ ਕਿੰਨਾ ਫੰਡ ਰੋਕਿਆ ਹੋਇਆ ਹੈ ਸੈਂਟਰ ਨੇ? ਤੁਸੀਂ ਮੈਨੂੰ ਕਿਹਾ, ਤੁਸੀਂ ਦੱਸੋ ਤੁਸੀਂ ਚਿੱਠੀ ਲਿਖੀ ਕਿ ਨਹੀਂ ਲਿਖੀ? ਸਾਡੇ ਮੁੱਖ ਮੰਤਰੀ ਸਾਹਿਬ ਦਿੱਲੀ ਜਾ ਕੇ ਮੰਤਰੀਆਂ ਨੂੰ ਵੀ ਮਿਲਿਆ ਹੈ। ਗਵਰਨਰ ਦੀ ਗੱਲ ਕਹਿ ਰਹੇ ਹੋ, ਉਸ ਤੇ ਵਾਈਟ ਪੇਪਰ ਕਹਿ ਰਹੇ ਹੋ, ਉਹਨਾਂ ਨੇ ਕਿਹਾ ਸੀ, ਗਵਰਨਰ ਨੂੰ ਕਿਹਾ, ਮਾਨ ਸਾਹਿਬ ਨੇ ਕਹੀ ਹੈ ਗੱਲ। ਹੁਣ ਤੁਸੀਂ ਕਹਿੰਦੇ ਹੋ ਕਿ ਜੀ ਨਹੀਂ ਜੀ ਕਹੀ ਨਹੀਂ। ਹੁਣ ਦੂਜਾ ਵੀ ਲੈ ਲਓ, ਦੋਨੋਂ ਜਵਾਬ ਲੈ ਲਓ। ਦੂਜਾ ਤੁਸੀਂ ਕਹਿੰਦੇ ਹੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਦਰ ਤੁਸੀਂ ਇੰਟਰਵਿਊ ਲਿੱਤਾ, ਤੁਸੀਂ ਸਾਰਾ ਕੁਝ ਕੀਤਾ। ਇੰਟਰਵਿਊ ਇੱਕ ਪ੍ਰੋਸੀਜਰ ਹੈ। ਗਵਰਨਰ ਨੂੰ ਜਦ ਵੀ ਚਿੱਠੀ ਲਿਖ ਕੇ ਭੇਜੀ ਜਾਂਦੀ ਹੈ ਨਾ, ਉਹਨਾਂ ਨੂੰ 3 ਨਾਮ 5 ਨਾਮ ਜਦ ਵੀ ਭੇਜੇ ਜਾਂਦੇ ਨੇ, ਉਹਨਾਂ ਨੂੰ ਸ਼ਾਰਟਲਿਸਟ ਕੀਤਾ ਜਾਂਦਾ, ਉਹਨਾਂ ਦਾ ਇੰਟਰਵਿਊ ਲੈ ਕੇ ਭੇਜਿਆ ਜਾਂਦਾ। ਅੱਜ ਬਾਬਾ ਫਰੀਦ ਯੂਨੀਵਰਸਿਟੀ ਦੀ ਗੱਲ ਆਪਾਂ ਕਰਦੇ ਹਾਂ, ਮੈਡੀਕਲ ਯੂਨੀਵਰਸਿਟੀ, ਉਹਦਾ ਵੀ ਲੈ ਕੇ ਭੇਜਿਆ ਸੀ, ਉਹ ਵੀ ਰਿਜੈਕਟ ਹੋ ਗਿਆ। ਉਹ ਫਿਰ ਤੋਂ ਸਾਰਾ ਪ੍ਰੋਸੀਜਰ ਫਿਰ ਤੋਂ ਕਰਨਾ ਪਿਆ। ਹੁਣ ਜਿਹੜੀ ਚੀਜ਼ਾਂ ਨੇ ਨਾ, ਗਵਰਨਰ ਸਾਹਿਬ ਇੱਕ ਗੱਲ ਦੱਸੋ, ਤੁਹਾਡੀ, ਤੁਸੀਂ ਵੀ ਸਰਕਾਰ 'ਚ ਰਹੇ ਹੋ, ਉਸ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ, ਚਲੋ ਤੁਹਾਡੀ ਬੀਜੇਪੀ ਨਾਲ ਪਿਆਰ ਜ਼ਿਆਦਾ ਸੀਗਾ, ਜਿਹੜੀ ਵੀ ਗੱਲਾਂ ਹੁੰਦੀਆਂ ਨੇ ਨਾ, ਹਰ ਇੱਕ ਚੀਜ਼ ਦੇ ਉੱਤੇ ਸਬਟਰੈਕਸ਼ਨ ਕਰਨੀ ਕਿ ਜੀ ਮੁੱਖ ਮੰਤਰੀ ਤਾਂ ਕੁਝ ਕਰਦਾ ਹੀ ਨਹੀਂ। ਉਹ ਮੁੱਖ ਮੰਤਰੀ ਦਾ ਇੱਕ ਇਹੋ ਜਿਹਾ ਮਿਲਿਆ ਜਿਹੜਾ ਸੰਡੇ ਨੂੰ ਵੀ ਕੰਮ ਕਰੀ ਜਾਂਦਾ ਹੈ। ਤੁਸੀਂ ਤਿੰਨੋਂ ਪਾਰਟੀਆਂ ਕਿਉਂ ਉਹਨਾਂ ਦੇ ਖਿਲਾਫ ਹੋ ਜਾਂਦੇ ਹੋ? ਥੋੜਾ ਵੇਟ ਕਰੋ ਸਰ, ਪਲੀਜ਼ ਥੋੜਾ ਵੇਟ ਕਰੋ। ਮੈਂ ਦੇਖੋ, ਮੇਰੇ ਸਵਾਲ ਅਵੋਇਡ ਕਰਦੇ। ਮੇਰਾ ਮਸਲਾ ਇਹ ਨਹੀਂ, ਮੇਰਾ ਮਸਲਾ ਇਹ ਕਰਕੇ ਗੌਰਵ ਜੀ, ਮੈਂ ਮੋਡਰੇਟ ਕਰ ਰਿਹਾ, ਮੈਨੂੰ ਕਰ ਲੈਣ ਦਿਓ। ਮੈਂ ਮੋਡਰੇਟ ਰੋਜ਼ ਕਰਦਾ, ਮੈਨੂੰ ਕਰ ਲੈਣ ਦਿਓ ਪਲੀਜ਼। ਜੈਬੰਸ਼ ਜੀ, ਖੜਿਆਲ ਸਾਹਿਬ ਥੋੜੀ ਵੇਟ ਕਰਿਓ। ਡਿਬੇਟ ਅੱਗੇ ਕਿਵੇਂ ਵਧਾਣੀ ਹੈ ਮੈਨੂੰ ਬਖੂਬੀ ਪਤਾ ਹੈ, ਮੈਂ ਬਹੁਤ ਸਾਲਾਂ ਤੋਂ ਇਹ ਕੰਮ ਕਰਦਾ ਆ ਰਿਹਾ। ਪਲੀਜ਼ ਥੋੜਾ ਜਿਹਾ ਰਿਕੁਐਸਟ ਹੈ, ਥੋੜਾ ਜਿਹਾ ਹੋਲਡ ਕਰਿਓ। ਕਲੇਰ ਸਾਹਿਬ ਆਪਣੀ ਗੱਲ ਕਲੀਅਰ ਕਰ ਲਓ ਤੁਸੀਂ। ਗੌਰਵ ਜੀ, ਮੇਰਾ ਮਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਸਿਆਸੀ ਜਿਹੜਾ ਅਖਾੜਾ ਤੁਸੀਂ ਵਿਧਾਨ ਸਭਾ ਨੂੰ ਬਣਾਇਆ, ਤੁਸੀਂ ਡਾਕੂਮੈਂਟਸ ਤੇ ਗੱਲ ਕਿਉਂ ਨਹੀਂ ਕਰਦੇ? ਅੱਜ ਗਵਰਨਰ ਸਾਹਿਬ ਡਾਕੂਮੈਂਟ ਲੈ ਕੇ ਬੈਠੇ, ਸਰਕਾਰ ਸੱਚੀ ਹੈ, ਡਾਕੂਮੈਂਟਸ ਲੈ ਕੇ ਮਾਲਵਿੰਦਰ ਕੰਗ ਆ ਜਾਂਦੇ ਜਿਨ੍ਹਾਂ ਨੇ ਪੀਸੀ ਕੀਤੀ, ਇਹ ਆ ਜਾਂਦੇ ਸਾਡੇ ਸਤਿਕਾਰਯੋਗ ਨੇ ਬਹੁਤ ਜ਼ਿਆਦਾ, ਇਹ ਆ ਕੇ ਦੱਸ ਦਿੰਦੇ ਕਿ ਜੀ ਗਵਰਨਰ ਸਾਹਿਬ ਝੂਠ ਬੋਲਦੇ ਨੇ, ਆਹ ਚਿੱਠੀ ਲਿਖੀ ਹੈ। ਠੀਕ ਹੈ, ਚਲੋ ਹੁਣ ਸਵਾਲ ਪੀਟੀਯੂ ਦੀ ਇੰਟਰਵਿਊ ਹੋਈ ਹੈ, ਸਰਕਾਰ ਡਾਕੂਮੈਂਟ ਤੇ ਗੱਲ ਕਰੇ। ਕਦੇ ਸਰਕਾਰ ਪੀਟੀਯੂ ਤੋਂ ਭੱਜਦੀ ਹੈ, ਆਰਡੀਐਫ ਤੋਂ ਭੱਜਦੀ ਹੈ, ਜਿਹੜਾ ਉੱਤੇ ਜੈਪੁਰ ਮੀਟਿੰਗ ਆ ਉਹ ਤੋਂ ਸਰਕਾਰ ਭੱਜ ਰਹੀ ਹੈ। ਹਰ ਚੀਜ਼ ਦੇ ਉੱਤੇ ਡਾਕੂਮੈਂਟ ਲਿਆਓ ਤੇ ਦੱਸੋ ਠੀਕ ਹੈ, ਤੁਸੀਂ ਕਿਉਂ ਭੱਜਦੇ ਡਾਕੂਮੈਂਟਸ ਤੋਂ? ਤੁਸੀਂ ਦੇਖੋ, ਆਪਾਂ ਸਾਰੇ ਪੰਜਾਬ ਦੇ ਹਿਤੈਸ਼ੀ ਹਨ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਕਲੇਰ ਸਾਹਿਬ, ਇੱਕ ਬਹੁਤ ਛੋਟਾ ਜਿਹਾ ਸਵਾਲ ਹੈ ਕਿ ਜੇ ਸਿੰਗਾਪੁਰ ਭੇਜੇ ਗਏ ਟੀਚਰਾਂ ਨੂੰ ਲੈ ਕੇ ਰਾਜਪਾਲ ਡਾਇਰੈਕਟ ਸਵਾਲ ਕਰ ਸਕਦੇ ਨੇ, ਤਾਂ ਫਿਰ
ਕਿਉਂ ਆਰਡੀਐਫ ਦੇ ਪੈਸੇ ਬਾਰੇ ਸੈਂਟਰ ਨੂੰ ਨਹੀਂ ਲਿਖਿਆ ਜਾ ਸਕਦਾ? ਇੰਤਜ਼ਾਰ ਕਿਉਂ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਭੇਜੇਗੀ ਚਿੱਠੀ, ਫੇਰ ਭੇਜਾਂਗੇ? ਉਹ ਵੀ ਭੇਜੇ ਨਾ, ਸਿੰਗਾਪੁਰ ਵਾਲੇ ਸਵਾਲ ਕੀਤਾ। ਮੈਂ ਤੁਹਾਨੂੰ ਫੇਰ ਦੁਬਾਰਾ ਕਲੀਅਰ ਕਰ ਦਿਆਂ ਜੀ। ਪਹਿਲੀ ਗੱਲ ਹੈ ਕਿ ਉਹ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਨੂੰ ਪੁੱਛਿਆ, ਕਿਉਂਕਿ ਪੰਜਾਬ ਦੇ ਗਵਰਨਰ ਨੇ, ਹਾਲਾਂਕਿ ਅਕਾਲੀ ਦਲ ਨੇ ਉਹਨੂੰ ਆਬਜੈਕਟ ਪਹਿਲਾਂ ਵੀ ਕੀਤਾ, ਮੈਂ ਅੱਜ ਵੀ ਕਰਦਾ ਕਿ ਗਵਰਨਰ ਸਾਹਿਬ ਦਾ ਪੰਜਾਬ ਸਰਕਾਰ ਦੀ ਐਡਮਿਨਿਸਟ੍ਰੇਸ਼ਨ 'ਚ ਦਖਲ ਨਹੀਂ ਹੋਣਾ ਚਾਹੀਦਾ। ਸਿੰਗਾਪੁਰ ਕਿਹਨੂੰ ਭੇਜਣਾ ਕਿਹਨੂੰ ਨਹੀਂ ਭੇਜਣਾ ਸਰਕਾਰ ਦੇਖੇ, ਗਵਰਨਰ ਸਾਹਿਬ ਦਾ ਕੰਮ ਨਹੀਂ। ਪਰ ਜਿਹੜੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੀ ਸੈਸ਼ਨ ਦੇ ਵਿੱਚ ਖੜੇ ਹੋ ਕੇ ਐਲੀਗੇਸ਼ਨ ਲਾਏ ਕਿ ਜੀ ਅਸੀਂ ਗਵਰਨਰ ਨੂੰ ਬਾਰ-ਬਾਰ ਕਹਿੰਦੇ ਆਰਡੀਐਫ ਤੇ ਲਿਖ ਕੇ ਨਹੀਂ ਭੇਜਦੇ, ਮੈਂ ਉਹਦਾ ਜਵਾਬ ਮੰਗ ਰਿਹਾ ਕਿ ਕਦੋਂ ਤੁਸੀਂ ਗਵਰਨਰ ਨੂੰ ਭੇਜਿਆ ਉਹ ਦੱਸੋ। ਦੂਜਾ, ਮੁੱਖ ਮੰਤਰੀ ਨੇ ਉੱਥੇ ਖੜੇ ਹੋ ਕੇ ਇਹ ਗੱਲ ਕਹੀ ਕਿ ਜੀ ਜਿਹੜਾ ਮਸਲਾ ਪੰਜਾਬ ਯੂਨੀਵਰਸਿਟੀ ਵਾਲਾ ਹੈ, ਉਹ ਗਵਰਨਰ ਨੇ ਡਾਕੂਮੈਂਟਸ ਤੇ ਆ ਕੇ ਕਿਹਾ ਕਿ 500 ਕਰੋੜ ਦੇਣਾ ਹੈ, ਦਿੰਦੇ ਨਹੀਂ, ਐਡਵਰਟਾਈਜ਼ਮੈਂਟ ਤੇ ਪੈਸਾ ਖਰਚਦੇ ਨੇ। ਇਹ ਦੱਸਣ ਵੀ ਉਹ 500 ਕਰੋੜ ਕਿਉਂ ਨਹੀਂ ਦਿੱਤਾ, ਉਹਦੇ ਬਾਰੇ ਜਵਾਬ ਦੇ ਦੇਣ। ਤੀਜਾ ਜਿਹੜਾ ਮਸਲਾ ਚੰਡੀਗੜ੍ਹ ਵਾਲਾ, ਇਹ ਮੀਟਿੰਗ ਦੇ ਵਿੱਚ ਹਿੱਸੇ ਗਈ ਕਿਉਂ? ਇਹ ਸਹਿਮਤੀ ਦਿੱਲੀ ਦੇ ਕੇ ਆਏ, ਜੈਪੁਰ ਜਿਹੜੀ ਮੀਟਿੰਗ ਹੋਈ ਹੈ ਉਹ 'ਚ ਸਹਿਮਤੀ ਕਿਉਂ ਦਿੱਤੀ? ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਪੁੱਛਦਾ। ਅੱਜ ਰਾਜਪਾਲ ਸਾਹਿਬ ਦੀ ਇੱਕ ਸਟੇਟਮੈਂਟ ਸੀ, ਕਹਿੰਦੇ ਜੇ ਪੰਜਾਬ ਦੇ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ 3 ਜ਼ਿਲ੍ਹਿਆਂ ਦੇ ਬੱਚੇ ਪੜ੍ਹ ਲੈਣਗੇ ਤਾਂ ਫਿਰ ਕੀ ਹੋ ਗਿਆ? ਤੁਹਾਨੂੰ ਸਹਿਮਤੀ ਹੈ ਐਫੀਲੀਏਸ਼ਨ ਹੋ ਜਾਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਬਿਲਕੁਲ ਸਹਿਮਤੀ ਨਹੀਂ ਹੈਗੀ ਜੀ। ਮੈਂ ਫੇਰ ਦੁਬਾਰਾ ਕਲੀਅਰ ਕਰ ਦਿੰਦਾ, ਸਵਾਲ ਉਰੇ ਇਹ ਹੈ ਕਿ ਮੁੱਖ ਮੰਤਰੀ ਝੂਠ ਕਿਉਂ ਬੋਲਦੇ ਨੇ? ਮੁੱਖ ਮੰਤਰੀ ਦੇ ਕਿੰਨੇ ਝੂਠ ਬਰਦਾਸ਼ਤ ਕਰਾਂਗੇ? ਗੋਲਡੀ ਬਰਾੜ ਵਾਲਾ ਝੂਠ, ਫਿਰ ਜਿਹੜਾ BMW ਦੇ ਪਲਾਂਟ ਵਾਲਾ ਝੂਠ, ਫਿਰ ਲਾਰੈਂਸ ਬਿਸ਼ਨੋਈ ਵਾਲਾ ਝੂਠ। ਠੀਕ ਹੈ, ਚਲੋ ਜਵਾਬ ਮੁੱਖ ਮੰਤਰੀ ਦਾ ਐਡਾ ਵੱਡਾ ਝੂਠ ਕਿ ਬੇਅਦਬੀ ਦਾ ਦੋਸ਼ੀ ਬਣਿਆ ਗਿਆ। ਖੜਿਆਲ ਸਾਹਿਬ ਦਾ ਫਿਰ ਮੁੱਖ ਮੰਤਰੀ ਦਾ ਵਿਧਾਨ ਸਭਾ 'ਚ ਝੂਠ, ਫਿਰ ਮੁੱਖ ਮੰਤਰੀ ਕਹਿੰਦੇ ਜੀ ਗੁਰਬਾਣੀ ਵਿਕਦੀ ਹੈ, ਗੁਰਬਾਣੀ ਅੱਜ ਵੀ ਪੂਰੀ ਦੁਨੀਆ 'ਚ ਫ੍ਰੀ ਹੈ, ਮੁੱਖ ਮੰਤਰੀ ਦਾ ਇਹ ਝੂਠ। ਸੋ ਸਾਡਾ ਮਕਸਦ ਇਹ ਹੈ ਕਿ ਮੁੱਖ ਮੰਤਰੀ ਮਿਸਗਾਈਡਡ ਨੇ ਕਿ ਝੂਠ ਬੋਲਣ ਦੇ ਆਦੀ ਨੇ, ਇਹ ਤੇ ਆ ਕੇ ਪੰਜਾਬ ਨੂੰ ਜਵਾਬ ਦਿਓ। ਚਲੋ ਆਲੂ ਵਾਲੇ ਬਹੁਤ ਛੋਟੀ ਸਟੇਟਮੈਂਟ, ਖੜਿਆਲ ਸਾਹਿਬ ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਦੇਖੋ ਸਰਦਾਰ ਭਗਵੰਤ ਸਿੰਘ ਮਾਨ ਇੱਕ ਇਹੋ ਜਿਹਾ ਇਨਸਾਨ ਹੈ ਜਿਹੜਾ ਆਰਡੀਐਫ ਦਾ ਇਮਾਨਦਾਰ ਹੈ ਔਰ ਸੱਚ ਬੋਲਦਾ ਹੈ। ਦੂਸਰਾ ਵੀ ਜਵਾਬ ਨਹੀਂ ਦੇ ਜਿਹੜੀ ਤਕਲੀਫ ਹੈ ਨਾ ਉਹ ਇੱਕੋ ਹੀ ਹੈ ਕਿ ਅਕਾਲੀ ਦਲ ਦਾ ਰੂਲ ਚੱਲਦਾ ਸੀ ਕਿ ਪੀਟੀਸੀ ਦੇ ਉੱਤੇ ਹੀ ਗੁਰਬਾਨੀ ਚੱਲੇਗੀ, ਉਹ ਚੀਜ਼ ਨੂੰ ਰੋਕਿਆ ਗਿਆ, ਜਿਹਦਾ ਕਰਕੇ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਤਕਲੀਫ ਹੈ। ਇਹਨਾਂ ਦਾ ਹੋਰ ਕੋਈ ਆਬਜੈਕਸ਼ਨ ਨਹੀਂ, ਇਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ, ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਆਏ, ਇਹ ਪੀਟੀਸੀ ਚੈਨਲ ਦੇ ਉਹ ਕਰਨ ਆਏ ਨੇ। ਬਾਰ-ਬਾਰ ਗੁਰਬਾਨੀ ਫਰੀ ਹੈ, ਗੁਰਬਾਨੀ ਫਰੀ, ਸਾਰੇ ਕੰਟਰੀ ਦੀ ਡਿਬੇਟ ਕਰ ਚੁੱਕੇ ਗੱਲ ਗੁਰਬਾਨੀ ਦੇ ਉੱਤੇ ਚਰਚਾ ਕਰ ਚੁੱਕੇ ਆਲਰੇਡੀ। ਗੌਰਵ ਜੀ ਆਪਾਂ ਆਲਰੇਡੀ ਕਰ ਚੁੱਕੇ ਸਰ, ਆਪਾਂ ਐਂਡ ਤੇ ਆ ਜੀ। ਗੌਰਵ ਜੀ 10 ਸੈਕਿੰਡ ਫੇਰ ਸਨੀ ਆਲੂ ਵਾਲੇ ਸਾਹਿਬ ਨੂੰ ਜਵਾਬ ਦੇਣਾ ਚਾਹੁੰਦਾ। ਗੌਰਵ ਜੀ ਕਲੇਰ ਸਾਹਿਬ ਨੇ ਚੈਨਲ ਆ ਜਾਵੇ ਨਹੀਂ ਲਿਆ, ਇਹ ਹੁਣ ਪੂਰੇ ਗੱਲ ਹੈਗੀ ਆ ਆਲੂਵਾਲੀਆ ਸਾਹਿਬ ਦੇ ਕੋਲ ਜਵਾਬ ਨਹੀਂ ਹੈ, ਗੁਰੂ ਘਰਾਂ ਤੇ ਕਬਜ਼ੇ ਦੀ। ਆਮ ਆਦਮੀ ਪਾਰਟੀ ਕੌਣ ਹੁੰਦੀ ਹੈ? ਚਲੋ ਸਾਡੇ ਸਿੱਖ ਗੁਰਦੁਆਰਾ ਹੈ ਕਿ ਡਿਬੇਟ ਉਸੇ ਪੁਆਇੰਟ ਦੇ ਉੱਤੇ ਰਹੇ ਜਿਸ ਦੇ ਉੱਤੇ ਆਪਾਂ ਗੱਲ ਕਰੀ ਪ੍ਰਬੰਧਕ ਕਮੇਟੀ ਆਪਾਂ ਹਮਸੂ ਚੁਣੇ ਨਾ, ਉਸ ਦੇ ਉੱਤੇ ਗੱਲਬਾਤ। ਕਬਜ਼ਾ ਕਰਨ ਵਾਲੇ ਕੌਣ ਹੁੰਦੇ ਨੇ? ਠੀਕ ਹੈ, ਉਸ ਇਸ਼ੂ ਦੇ ਉੱਤੇ ਹੀ ਰਹਿਣਾ ਚਾਹੀਦਾ। ਮੈਂ ਇੱਕ ਵਾਰੀ ਖੜਿਆਲ ਸਾਹਿਬ ਦਾ ਰੁਖ ਕਰ ਲਵਾਂ। ਜੈਬਾਂਸ਼ੀ, ਮੈਂ ਤੁਹਾਡੇ ਕੋਲ ਆ ਰਿਹਾ। ਖੜਿਆਲ ਸਾਹਿਬ, ਇਹ ਸੀਜ਼ਫਾਇਰ ਕੋਈ ਹੈ ਤਰੀਕਾ? ਕਾਂਗਰਸ ਨੂੰ ਨਜ਼ਰ ਆਉਂਦਾ ਕਿ ਸੀਜ਼ਫਾਇਰ ਹੋ ਜਾਵੇ? ਕਿਉਂਕਿ ਇੱਕ ਚੀਜ਼ ਤਾਂ ਬਹੁਤ ਕਲੀਅਰ, ਜੋ ਆਪਾਂ ਸ਼ੁਰੂਆਤ ਤੋਂ ਗੱਲ ਕਰ ਰਹੇ ਹਾਂ ਕਿ ਇਸ ਦੇ ਨਾਲ ਪੰਜਾਬ ਦਾ ਭਲਾ ਨਹੀਂ ਹੋ ਰਿਹਾ, ਨੁਕਸਾਨ ਤਾਂ ਨੋ ਡਾਊਟ ਹੋ ਹੀ ਰਿਹਾ। ਬਿਲਕੁਲ ਗੌਰਵ ਜੀ, ਸਭ ਤੋਂ ਜ਼ਰੂਰੀ ਗੱਲ ਪਤਾ ਕੀ ਹੈ? ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਦੋਵੇਂ ਰਿਸਪੌਂਸਿਬਲ ਹੈ ਪੰਜਾਬ ਨੂੰ ਜਿਹੜੀ ਸਫਰਿੰਗ ਚੋਂ ਗੁਜ਼ਰਨਾ ਪੈ ਰਿਹਾ ਹੈ, ਜਿਹੜਾ ਪੰਜਾਬ ਨੂੰ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ, ਦੋਵੇਂ ਰਿਸਪੌਂਸਿਬਲ, ਇਹਨਾਂ ਦੀ ਟਸਲ ਰਿਸਪੌਂਸਿਬਲ ਹੈ। ਤੇ ਦੂਜੀ ਗੱਲ ਤੁਸੀਂ ਦੇਖੋ, ਨਾ ਸਰਕਾਰ ਨੇ ਜੋ ਆਰਡੀਐਫ ਤੇ ਇਹਨਾਂ ਨੂੰ ਕਰਨਾ ਚਾਹੀਦਾ ਸੀ ਕੀਤਾ, ਤੇ ਨਾ ਹੀ ਗਵਰਨਰ ਸਾਹਿਬ ਨੂੰ ਜੋ ਕਰਨਾ ਚਾਹੀਦਾ ਸੀ ਕੀਤਾ, ਦੋਵੇਂ ਇਹ ਤੇ ਵੀ ਰਿਸਪੌਂਸਿਬਲ ਹੈ। ਤੀਜੀ ਗੱਲ ਤੁਸੀਂ ਦੇਖੋ ਗੌਰਵ ਜੀ, ਇੱਕ ਪੈਟਰਨ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ, ਦੋ ਥਾਵਾਂ ਤੇ ਆਮ ਆਦਮੀ ਪਾਰਟੀ ਕੋਲੇ ਸਰਕਾਰ ਹੈ। ਪੂਰੇ ਦੇਸ਼ ਦੇ ਵਿੱਚ ਹੋਰ ਕਿਸੇ ਸੂਬੇ 'ਚ ਸੀਐਮ ਸਾਹਿਬ ਤੇ ਗਵਰਨਰ ਸਾਹਿਬ ਦੇ ਵਿੱਚ ਇੰਨੀ ਟਸਲ ਕਿਤੇ ਨਹੀਂ ਦਿਖੂਗੀ ਤੁਹਾਨੂੰ, ਭਾਵੇਂ ਮਾੜੀ ਮੋਟੀ ਟਸਲ ਹਰੇਕ ਸੂਬੇ 'ਚ ਹੋਵੇ, ਇੰਨੀ ਟਸਲ ਕੰਸੈਕਟਿਵਲੀ ਕੰਟੀਨਿਊਅਸਲੀ ਤੁਹਾਨੂੰ ਸਿਰਫ ਦਿੱਲੀ ਤੇ ਪੰਜਾਬ ਦੇ ਵਿੱਚ ਦਿਖਾਈ ਦੇਊਗੀ। ਉਹਦਾ ਇੱਕ ਕਾਰਨ ਹੈ, ਉਹਦਾ ਇੱਕ ਪੈਟਰਨ ਹੈ। ਆਮ ਆਦਮੀ ਪਾਰਟੀ ਦਾ ਅਹੰਕਾਰ, ਆਮ ਆਦਮੀ ਪਾਰਟੀ ਦਾ ਤਾਨਾਸ਼ਾਹ ਰਵੱਈਆ ਤੇ ਆਮ ਆਦਮੀ ਪਾਰਟੀ ਦਾ ਟੈਂਡਮ 'ਚ ਕੰਮ ਨਾ ਕਰ ਪਾਉਣਾ। ਇਹ ਚਾਹੁੰਦੇ ਅਸੀਂ ਇਕੱਲੇ ਸਭ ਕੁਝ ਕਰੀਏ, ਅਸੀਂ ਕਿਸੇ ਨਾਲ ਨਹੀਂ ਕੰਮ ਕਰ ਸਕਦੇ, ਅਸੀਂ ਵੀ ਕੈਨੋਟ ਵਰਕ ਇਨ ਕੋਆਰਡੀਨੇਸ਼ਨ ਵਿਦ ਐਨੀਵਨ। ਪ੍ਰੋਬਲਮ ਇਹ ਹੈ ਗੌਰਵ ਜੀ। ਹੁਣ ਤੀਜਾ ਤੁਸੀਂ ਦੇਖੋ ਕਿ ਇਹਨਾਂ ਨੂੰ ਇੱਕ ਸਿੰਪਲ ਚੀਜ਼ ਪੁੱਛੀ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਟਸਲ ਨੂੰ ਵਧਾ ਕਿਉਂ ਰਹੀ ਹੈ? ਤੁਸੀਂ ਆਪ ਤੁਹਾਡੀ ਸਰਕਾਰ ਹੈ, ਤੁਹਾਨੂੰ ਪਤਾ ਹੈ ਵੀ ਗਵਰਨਰ ਸਾਹਿਬ ਤੋਂ ਬਿੱਲ ਸਾਈਨ ਕਰਾਉਣੇ ਹੈ, ਗਵਰਨਰ ਸਾਹਿਬ ਤੋਂ ਕੰਮ ਹੈ। ਜਦੋਂ ਗੌਰਵ ਦੀ ਜ਼ਰੂਰਤ ਹੋਵੇ ਨਾ ਤੇ ਸਭ ਕੁਝ ਕਰਨਾ ਪੈਂਦਾ। ਕਿਉਂ ਨਹੀਂ ਆਮ ਆਦਮੀ ਪਾਰਟੀ ਆਪਦਾ ਅਹੰਕਾਰ ਛੱਡ ਕੇ ਤੇ ਅੱਗੇ ਹੱਥ ਵਧਾ ਸਕਦੀ, ਬੜਾਪਨ ਦਿਖਾ ਸਕਦੀ? ਵਾਈ ਨਾਟ ਬੀ ਦਾ ਬਿਗਰ ਪਰਸਨ? ਮਤਲਬ ਤੁਹਾਨੂੰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਇਸ ਪੂਰੀ ਟਸਲ ਨੂੰ ਵਧਾ ਰਹੀ ਹੈ? ਮੈਂ 10 ਸੈਕਿੰਡ ਦੱਸਦਾ। ਹਾਂਜੀ, ਆਮ ਆਦਮੀ ਪਾਰਟੀ, ਮੈਂ ਇਹਨਾਂ ਨੂੰ ਸਵਾਲ ਪੁੱਛਦਾ ਕਿ ਟਸਲ ਦਾ ਕਾਰਨ ਕੀ ਹੈ? ਕਿਉਂਕਿ ਦਿੱਲੀ ਦੇ ਵਿੱਚ ਕਦੇ ਟਸਲ ਦਾ ਕਾਰਨ ਇਹ ਤਾਂ ਨਹੀਂ ਵੀ ਗਵਰਨਰ ਸਾਹਿਬ ਨੇ ਸਵਾਲ ਪੁੱਛਿਆ ਸੀਗਾ ਲਿਕਰ ਪਾਲਿਸੀ ਤੇ ਬਾਅਦ ਛੋਟੇ ਮੰਤਰੀ ਅੰਦਰ ਹੋ ਗਏ ਸੀਗੇ, ਤੇ ਪੰਜਾਬ 'ਚ ਗਵਰਨਰ ਸਾਹਿਬ ਤੇ ਸੀਐਮ ਸਾਹਿਬ ਦੇ ਵਿੱਚ ਟਸਲ ਦਾ ਕਾਰਨ ਇਹ ਤਾਂ ਨਹੀਂ ਵੀ ਗਵਰਨਰ ਸਾਹਿਬ ਨੇ 3 ਦਫਾ
ਤੁਹਾਨੂੰ ਖਤ ਲਿਖੇ ਸੀ ਕਿ ਕਟਾਰੂ ਚੱਕ ਸਾਹਿਬ ਦੇ ਖਿਲਾਫ ਐਕਸ਼ਨ ਕੀ ਲਿਆ, ਕਿਉਂਕਿ ਗੌਰਵ ਜੀ ਕੱਲ ਇਹਨਾਂ ਨੇ ਕੀ ਕੀਤਾ, ਗਵਰਨਰ ਸਾਹਿਬ ਦੀ ਬਜਾਏ ਕਹਿੰਦੇ ਸੀਐਮ ਸਾਹਿਬ ਹੁਣ ਚਾਂਸਲਰ ਹੋਣਗੇ ਯੂਨੀਵਰਸਿਟੀਜ਼ ਦੇ। ਤੇ ਪਹਿਲਾਂ ਆਮ ਆਦਮੀ ਪਾਰਟੀ ਦਾ ਟਰੈਕ ਰਿਕਾਰਡ ਚੱਕ ਕੇ ਦੇਖੋ, ਇਹਨਾਂ ਨੇ ਚਾਂਸਲਰਸ ਨਾਲ ਕੀ ਸਹੀ ਬਰਤਾਵ ਕੀਤਾ। ਬਾਬਾ ਫਰੀਦ ਦੇ ਜਿਹੜੇ ਚਾਂਸਲਰ ਸੀਗੇ, ਕਿਹੜੇ ਹਿਸਾਬ ਨਾਲ, ਕਿਹੜੇ ਲਹਿਜੇ 'ਚ ਉਹਨਾਂ ਨੇ ਤਹਿਜ਼ੀਬ ਕਿਹੜੀ ਲਿਆਕਤ ਵਰਤੀ ਸੀ, ਇਹ ਸਭ ਨੂੰ ਪਤਾ ਹੈ। ਜਿਹੜੇ ਹਿਸਾਬ ਨਾਲ ਗੱਲ ਹੋਣੀ ਚਾਹੀਦੀ ਸੀ ਨਹੀਂ ਹੋਈ। ਹੀ ਵਾਸ ਆਊਟ ਆਫ ਲਾਈਨ। ਉਹ ਮਿਸਡਿਮੀਨਰ ਸੀਗਾ, ਉਹ ਮਿਸਬਿਹੇਵੀਅਰ ਸੀਗਾ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਹੁਤ ਪੂਰਾ ਖੜਿਆਲ ਸਾਹਿਬ ਕੰਕਲੂਡ ਕਰਨਾ ਮੈਂ। ਉਹਦੇ ਬਾਵਜੂਦ ਆਮ ਆਦਮੀ ਪਾਰਟੀ ਸਰਕਾਰ ਅਲੂਵਾਲੀਆ ਜੀ ਇਕੱਠੇ ਜਵਾਬ ਦਿਓ ਤੁਸੀਂ। ਸੋ ਜਿਹੜੀ ਪ੍ਰੋਵੋਕੇਸ਼ਨ ਹੈ ਨਾ ਗੌਰਵ, ਮੈਨੂੰ ਤਾਂ ਮੇਰੇ ਨਾਲ ਗੱਲ ਕਰ ਲੈਣ ਦਿਓ। ਜੈ ਬਾਂਸ਼ੀ ਇੱਕ ਸੈਕਿੰਡ ਸਰ, ਅਖੀਰਲਾ ਪੁਆਇੰਟ, ਲਾਸਟ ਪੁਆਇੰਟ। ਠੀਕ ਹੈ, ਕੱਲ ਜਦੋਂ ਇਹ ਸ਼ਬਦਾਂ ਦਾ ਪ੍ਰਯੋਗ ਹੋਇਆ ਗੌਰਵ ਜੀ, ਤੁਸੀਂ ਦੱਸੋ, ਇੱਥੇ ਲੋਕ ਦੇਖ ਰਹੇ ਹੋ, ਸੋਚ ਕੇ ਦੱਸਣ ਕਮੈਂਟ ਕਰਕੇ ਕਿ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਕਿ ਸ਼ਬਦ ਤੁਹਾਡੇ ਡੈਰੋਗੇਟਰੀ ਅਨਕਨਸਟੀਟਿਊਸ਼ਨਲ ਨਹੀਂ ਹੋਣੇ ਚਾਹੀਦੇ। ਉਹਦੇ ਬਾਵਜੂਦ ਕੱਲ ਇਹ ਸ਼ਬਦ ਵਰਤੇ ਗਏ ਤੇ ਕੀ ਇਹਨਾਂ ਨੇ ਸੁਪਰੀਮ ਕੋਰਟ ਦੀ ਜਜਮੈਂਟ ਦੀ ਉਲੰਘਣਾ ਨਹੀਂ ਕੀਤੀ? ਕੀ ਇਹਨਾਂ ਨੇ ਸੁਪਰੀਮ ਕੋਰਟ? ਠੀਕ ਹੈ, ਚਲੋ ਜਵਾਬ ਲੈਣੇ ਨਾ ਸਰ, ਜਵਾਬ ਲੈਣੇ ਆ, ਸਮਾਂ ਖਤਮ ਨਾ ਹੋ ਜਾਏ ਉਸ ਤੋਂ ਪਹਿਲਾਂ। ਅਲੂਵਾਲੀਆ ਸਾਹਿਬ ਵੇਟ ਕਰਿਓ, ਜੈਬਾਂਸ਼ੀ ਦਾ ਇੱਕ ਵਾਰ ਰੁਕ ਕਰਦਾ। ਜੈਬਾਂਸ਼ੀ ਤੁਸੀਂ ਪੁਆਇੰਟ ਦਰ ਪੁਆਇੰਟ ਚਾਹੁੰਦੇ ਸੀ, ਜਵਾਬ ਹੋਵੇ। ਹੋਪਫੁਲੀ 2-3 ਪੁਆਇੰਟਸ ਦੇ ਉੱਤੇ ਖੁੱਲ ਕੇ ਗੱਲਬਾਤ ਹੋਈ ਹੈ, ਤੁਸੀਂ ਵੀ ਐਡ ਕਰਨਾ ਚਾਹੁੰਦੇ ਹੋ? ਉਸ ਤੋਂ ਬਾਅਦ ਮੈਂ ਫਾਈਨਲ ਕਮੈਂਟ ਲਵਾਂਗਾ ਆਲੂਵਾਲੀਆ। ਹਾਂ ਜੀ, ਹਾਂ ਬਿਲਕੁਲ। ਮੈਂ ਤਾਂ ਸਾਰਾ ਟਾਈਮ ਹੀ ਆਲੂਵਾਲੀਆ ਸਾਹਿਬ ਨੂੰ ਦੇਣਾ ਚਾਹੁੰਦਾ, ਪਰ ਆਲੂਵਾਲੀਆ ਸਾਹਿਬ ਨੇ ਪਹਿਲਾਂ ਹੀ ਪ੍ਰੂਵ ਕਰ ਦਿੱਤਾ ਹੈ ਕਿ ਜਿੰਨੀਆਂ ਚੀਜ਼ਾਂ ਅੱਜ ਇੱਥੇ ਕਹੀਆਂ ਗਈਆਂ ਨੇ, ਉਹਨਾਂ ਵਿੱਚੋਂ ਇਹਨਾਂ ਕੋਲ ਇੱਕ ਦੇ ਵਿੱਚ ਵੀ ਜਵਾਬ ਹੈ ਨਹੀਂ। ਗੱਲ ਨੂੰ ਡਿਫਲੈਕਟ ਕਰਦੇ ਨੇ, ਦੂਜੇ ਪਾਸੇ ਅਵੋਇਡ, ਬਾਈਪਾਸ, ਕਨਫਿਊਜ਼ ਕਰ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਅਸੀਂ ਇਹ ਡਿਸਾਈਡ ਕਰ ਸਕਦੇ ਹਾਂ ਕਿ ਇੱਕ ਬੜੀ ਹੌਟੀ ਤੇ ਐਰੋਗੈਂਟ ਇੱਕ ਸਰਕਾਰ ਹੈਗੀ ਹੈ, ਜੋ ਕਿ ਬੜੇ ਗਲਤ ਸ਼ਬਦ ਯੂਜ਼ ਕਰਦੀ ਹੈ। ਤੇ ਇਹਨਾਂ ਨੇ ਪੂਰੀ ਕਨਸਟੀਟਿਊਸ਼ਨ ਦੀ ਗਰਿਮਾ, ਸਾਡੇ ਪੰਜਾਬ ਦੀ ਸਿਵਲਾਈਜੇਸ਼ਨ ਦੀ ਗਰਿਮਾ ਦਾ ਸਤਿਆਨਾਸ਼ ਕਰ ਦਿੱਤਾ ਹੈ। ਤੇ ਜਿਹੜਾ ਦੂਸਰਾ ਹੈ, ਸਾਰਾ ਟਾਈਮ ਸਾਡੇ ਉੱਤੇ ਕਹਿੰਦੇ ਰਹਿੰਦੇ ਨੇ ਕਿ ਬੀਜੇਪੀ ਜਿਹੜੀ ਹੈ ਉਹ ਇਹਨਾਂ ਨੂੰ ਰਿਮੋਟ ਕੰਟਰੋਲ ਥਰੂ ਗਵਰਨਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵਾਂ, ਹਰ ਦੂਸਰੇ ਤੀਸਰੇ ਦਿਨ ਸਾਡੀਆਂ ਰੈਲੀਆਂ ਦੇ ਵਿੱਚ ਬੀਜੇਪੀ ਦੇ ਸੈਂਟਰਲ ਮੰਤਰੀ ਆਉਂਦੇ ਨੇ। ਪਿੱਛੇ ਜੇ ਅਮਿਤ ਸ਼ਾਹ ਆਏ ਸੀਗੇ, ਕੋਈ ਵੀ ਕਦੀ ਗਵਰਨਰ ਦੇ ਘਰ ਨਹੀਂ ਜਾਂਦਾ ਗਵਰਨਰ ਨੂੰ ਮਿਲਣ ਵਾਸਤੇ। ਅਸੀਂ ਜਿੰਨਾ ਕੁਝ ਕਰਨਾ ਹੁੰਦਾ, ਜਿੰਨੀਆਂ ਸਾਡੀਆਂ ਇਹਨਾਂ ਦੇ ਅਗੇਂਸਟ ਕੋਈ ਐਜੀਟੇਸ਼ਨ ਹੁੰਦੀ ਹੈ, ਅਸੀਂ ਸੀਐਮ ਦੇ ਘਰ ਦੇ ਬਾਹਰ ਜਾ ਕੇ ਕਰਨੇ ਆ। ਉੱਥੇ ਸਾਡੇ ਉੱਤੇ ਉਹ ਚਲਾਉਂਦੇ ਨੇ, ਵਾਟਰ ਕੈਨਨ ਚਲਾਉਂਦੇ ਨੇ। ਅਸੀਂ ਗਵਰਨਰ ਦੇ ਨਾਲ ਕੋਈ ਗੱਲ ਹੀ ਨਹੀਂ ਕੀਤੀ। ਅਸੀਂ ਆਪਣਾ ਬੈਟਲ ਪੋਲੀਟੀਕਲੀ ਆਪਣੇ ਸਿਰ ਦੇ ਉੱਤੇ ਲੜਦੇ ਆ। ਪਰ ਇਹਨਾਂ ਨੂੰ ਇਹ ਤਕਲੀਫ ਰਹਿੰਦੀ ਹੈ ਇਸ ਤਰੀਕੇ ਨਾਲ। ਬਾਕੀ ਜੇ ਖੜਿਆਲ ਸਾਹਿਬ ਨੂੰ ਮੈਂ ਦੱਸ ਦਵਾਂ ਕਿ ਕੋਰਟ ਅਸੀਂ ਨਹੀਂ ਸੀ ਗਏ, ਖੜਿਆਲ ਸਾਹਿਬ ਕੋਰਟ ਇਹ ਗਏ ਸੀਗੇ। ਤੇ ਅਸੀਂ ਤੇ ਗਵਰਨਰ ਨੇ ਤੇ ਸਿਰਫ ਐਡਾ ਕਿਹਾ ਸੀਗਾ ਮੈਨੂੰ ਥੋੜਾ ਟਾਈਮ ਦੇ ਦਿਓ ਕਨਸਟੀਟਿਊਸ਼ਨ ਦੇਖਣ ਵਾਸਤੇ, ਕਿਉਂਕਿ ਓਪੋਜੀਸ਼ਨ ਨੇ ਕਿਹਾ ਸੀਗਾ ਉਸ ਵੇਲੇ ਕਿ ਇਹ ਸੈਸ਼ਨ ਨਹੀਂ ਹੋਣੀ ਚਾਹੀਦੀ, ਪਰ ਇਹਨਾਂ ਕੋਲੋਂ ਵੇਟ ਨਹੀਂ ਕੀਤਾ ਗਿਆ। ਇਹ ਕੋਰਟ ਚਲੇ ਗਏ। ਠੀਕ ਹੈ, ਚਲੋ ਸਮਾਂ ਖਤਮ ਹੋ ਚਲਿਆ ਸਰ, ਮੈਂ ਜਵਾਬ ਲੈ ਸਮਾਂ ਖਤਮ ਹੋ ਰਿਹਾ। ਅਲੂਵਾਲੀਆ ਜੀ ਬੜਾ ਕਲੀਅਰ ਗੱਲ ਹੈ। ਇਹਨਾਂ ਨੂੰ ਇੱਕੋ ਤਕਲੀਫ ਹੈ ਕਿ ਜਦ ਇਹਨਾਂ ਦੀ ਕਾਂਗਰਸ ਦੀ ਸਰਕਾਰ ਸੀਗੀ ਤਦ ਭਾਰਤੀ ਜਨਤਾ ਪਾਰਟੀ ਨਾਲ 60-40 ਕਰ ਗਏ ਸੀਗੇ, ਇਸ ਕਰਕੇ ਇਹਨਾਂ ਦੇ ਬਿੱਲ ਪਾਸ ਹੁੰਦੇ ਸੀ। ਸਾਡੀ ਸਰਕਾਰ ਦੀ ਆਦਤਾਂ ਨਹੀਂ, ਨਾ ਅਕਾਲੀ ਦਲ ਵਾਂਗੂ 740 ਕਰਤਾ, ਉਧਰੋਂ ਬੀਜੇਪੀ ਨਾਲ 740 ਕਰਤਾ। ਤੁਹਾਡਾ ਤਾਂ ਯਾਰ ਮੁੱਖ ਮੰਤਰੀ ਚਲਾ ਗਿਆ, ਤੁਸੀਂ ਕੀ ਬੋਲਦੇ ਹੋ? ਤੁਸੀਂ ਕੀ ਲੈਕਚਰ ਦਿੰਦੇ ਹੋ? ਸਰ ਜਿਹੜੀ ਗੱਲ ਹੈ ਨਾ ਉਹ ਮੇਨ ਹੈ ਕਿ ਆਮ ਆਦਮੀ ਪਾਰਟੀ ਕਿਸੇ ਤੋਂ ਝੁਕਦੀ ਨਹੀਂ, ਕਿਸੇ ਤੋਂ ਡਰਦੀ ਨਹੀਂ, ਕਿਸੇ ਤੋਂ ਦਬਦੀ ਨਹੀਂ। ਇਹ ਤਕਲੀਫ ਹੈ ਜਿਹਦੇ ਕਰਕੇ ਗਵਰਨਰ ਵਾਕੋ ਰੂਲ ਕਰਨਾ ਚਾਹੁੰਦੇ। ਅਸੀਂ ਭਾਰਤੀ ਜਨਤਾ ਪਾਰਟੀ ਵਾਕੋ ਨਾ ਵਿਕਦੇ ਆ ਪਰ ਇਹਨਾਂ ਨੂੰ ਇੱਕੋ ਤਕਲੀਫ ਹੈ, ਇੱਕੋ ਤਕਲੀਫ ਨਹੀਂ। ਅਸੀਂ ਸੀਜ਼ਫਾਇਰ ਨਹੀਂ ਕਰਾਂਗੇ ਜੇ ਸਾਡੇ ਉੱਤੇ ਏਦਾਂ ਡਿਕਟੇਟਰਸ਼ਿਪ ਕਰੋਗੇ। ਸਾਨੂੰ ਅਗਰ ਖਰੀਦਣ ਦੀ ਕੋਸ਼ਿਸ਼ ਕਰੋਗੇ ਅਸੀਂ ਵਿਕਾਂਗੇ ਨਹੀਂ, ਸਾਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਅਸੀਂ ਦੱਬਾਂਗੇ ਨਹੀਂ। ਜੋ ਮਰਜ਼ੀ ਕਰਦੇ ਰਹੋ, ਮਿਲਦੇ ਰਹੋ, ਤਿੰਨੋਂ ਮਿਲਦੇ ਰਹੋ, ਤਿੰਨੋਂ ਮਿਲਦੇ ਰਹੋ। ਗੌਰਵ ਜੀ ਕਲਾਈਨ ਇੱਕ ਲਾਈਨ ਤਿੰਨੋਂ ਮਿਲਦੇ ਰਹੋ, ਤੁਸੀਂ ਤਿੰਨੋਂ ਮਿਲਦੇ ਰਹੋ, ਤਿੰਨੋਂ ਨੂੰ ਮਿਲੇ ਹੋ। ਮੇਰਾ ਫੇਰ ਸਿੱਧਾ ਸਵਾਲ ਹੈ ਮੇਰੇ ਭਰਾ ਨੂੰ, ਇਹਨਾਂ ਨੂੰ ਪਿਛਲੇ ਸਾਲ ਤੋਂ ਦੂਜੀ ਗੱਲ 1 ਸਾਲ ਹੋ ਗਿਆ, ਇਹਨਾਂ ਦੇ ਐਮਐਲਏ ਨੂੰ ਕੋਈ ਖਰੀਦ ਰਿਹਾ ਸੀ, ਇਹਨਾਂ ਦੇ ਡੀਜੀਪੀ ਨਹੀਂ ਵਿਕਿਆ ਨਾ, ਨਹੀਂ ਵਿਕਿਆ, ਅਸੀਂ ਕੌਣ ਖਰੀਦਿਆ ਨਹੀਂ, ਅਸੀਂ ਨਹੀਂ ਵਿਕਿਆ। ਭਾਰਤੀ ਜਨਤਾ ਪਾਰਟੀ ਡੀਜੀਪੀ ਤੁਹਾਡਾ ਆਪਰੇਸ਼ਨ ਲੋਟਸ ਵਿਚਾਲੇ ਰੋਕਣੇ, ਸਮਾਂ ਖਤਮ ਹੋ ਚੱਲਿਆ। ਆਪਰੇਸ਼ਨ ਲੋਟਸ ਹੈਗਾ। ਸ਼ੁਕਰੀਆ ਕਲੇਟ ਸਾਹਿਬ, ਧੰਨਵਾਦ। ਆਲੂਵਾਲੀਆ ਜੀ ਧੰਨਵਾਦ। ਵਿਚਾਲੇ ਰੋਕ ਰਹੇ ਮੇਰੇ ਕੋਲ, ਸਮਾਂ ਖਤਮ ਹੋ ਚੱਲਿਆ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਖੜਿਆਲ ਸਾਹਿਬ ਤੁਹਾਡਾ ਵੀ ਜੈਬੰਸ਼ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਹੁਣ ਚਰਚਾ ਤਾਂ ਹੀ ਘੁੰਮ ਫਿਰ ਕੇ ਆ ਗਈ, ਤਕਰਾਰ ਇਸ ਡਿਬੇਟ ਤੋਂ ਬਾਹਰ ਵੀ ਹੋ ਰਹੀ ਹੈ। ਉਹ ਸੂਬੇ ਦੇ 2 ਵੱਡੇ ਸੰਵਿਧਾਨਿਕ ਅਹੁਦੇਦਾਰਾਂ ਦੇ ਵਿਚਾਲੇ ਹੈ ਤੇ ਡਿਬੇਟ ਦੇ ਦੌਰਾਨ ਵੀ ਤਕਰਾਰ ਹੋ ਰਹੀ ਹੈ। ਪਰ ਕੀ ਵਾਕਈ ਕੋਈ ਗਰਿਮਾ ਲੰਘੀ ਜਾ ਰਹੀ ਹੈ? ਕਿ ਗਰਿਮਾ ਲੰਘਣ ਵਾਲਾ ਹੈ ਕੌਣ? ਸ਼ੁਰੂਆਤ ਕਿਸ ਵਾਲੇ ਪਾਸੇ ਤੋਂ ਕੀਤੀ ਜਾ ਰਹੀ ਹੈ? ਕਿ
ਗਵਰਨਰ ਦੇ ਜ਼ਰੀਏ ਬੀਜੇਪੀ ਦੇ ਵੱਲੋਂ ਪੰਜਾਬ ਸਰਕਾਰ ਦੇ ਕੰਮਾਂ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਔਰ ਦਖਲਅੰਦਾਜ਼ੀ ਦੇ ਵਿਚਾਲੇ ਸਟੇਟਮੈਂਟਸ ਰਾਜਪਾਲ ਦੇ ਲਈ ਨਿਕਲ ਰਹੀਆਂ ਨੇ। ਬੜਾ ਗੁੰਝਲਦਾਰ ਪੂਰਾ ਮਸਲਾ ਤਾਂ ਜ਼ਰੂਰ ਨਜ਼ਰ ਆਉਂਦਾ ਹੈ। ਖੈਰ ਇਸ ਸਭ ਦੇ ਵਿਚਾਲੇ ਉਹ ਕਿਹਾ ਜਾਂਦਾ ਹੈ ਕਿ ਕਈ ਵਾਰੀ ਕੰਮ ਕਢਵਾਉਣ ਦੇ ਲਈ ਕੋਈ ਮਿਲੀ ਤੁਸੀਂ ਕਹਿ ਸਕਦੇ ਹੋ ਕਿ ਨੇੜਤਾ ਵੀ ਰੱਖਣ ਦੀ ਜ਼ਰੂਰਤ ਹੁੰਦੀ ਹੈ, ਪਰ ਇੱਥੇ ਤਾਂ ਗੱਲ ਸੰਵਿਧਾਨ ਦੀ ਹੈ ਕਿ ਉਹ ਬਿਨਾਂ ਨੇੜਤਾ ਰੱਖੇ ਜਾਂ ਇਸ ਤਲਖ ਮਾਹੌਲ ਦੇ ਵਿਚਾਲੇ ਇਹ ਬਿੱਲ ਪਾਸ ਹੋ ਜਾਣਗੇ। ਸਵਾਲ ਹੁਣ ਵੀ ਬਰਕਰਾਰ